अगर किसी को याद है तो योएल नबी की किताब का हिस्सा पढ़ सकते हैं। कि मैं अपना आत्मा सारे शरीरों से बहावांगा ਅਤੇ ਤੁਹਾਡੇ ਪੁੱਤਰ ਤੁਹਾਡੀਆਂ ਧੀਆਂ ਅਗੰਮ ਬਾਤ ਕਰਨਗੇ, ਤੁਹਾਡੇ ਬੁੱਢੇ ਸੁਪਨੇ ਵੇਖਣਗੇ, ਤੁਹਾਡੇ ਜਵਾਨ ਦਰਸ਼ਨ ਵੇਖਣਗੇ। ਹਾਂਜੀ, ਉਸ ਤੋਂ ਬਾਅਦ 2 ਬਾਪ ਉਹਦੀ 23-26 ਪੜ੍ਹੀ ਹੈ ਨਾ? 23 ਹਾਂਜੀ, 23 ਤੋਂ 26 ਤੱਕ ਪੜ੍ਹੋ। हे ਸਿਯੋਨ ਦੇ ਪੁੱਤਰੋ, ਯਹੋਵਾ ਆਪਣੇ ਪਰਮੇਸ਼ਵਰ ਵਿੱਚ ਖੁਸ਼ੀ ਮਨਾਓ ਅਤੇ ਆਨੰਦ ਹੋਵੋ, ਕਿਉਂਕਿ ਉਹਨੇ ਤੁਹਾਡੇ ਸੁੱਖ ਲਈ ਪਹਿਲੀ ਬਾਰਿਸ਼ ਦਿੱਤੀ, ਉਹਨੇ ਤੁਹਾਡੇ ਲਈ ਪਹਿਲੀ ਅਤੇ ਪਿਛਲੀ ਵਰਖਾ ਬਣਾਈ ਜਿਵੇਂ ਪਹਿਲਾਂ ਹੁੰਦਾ ਸੀ। ਹਾਂਜੀ, 26 ਹੋਗੀ ਨਾ? ਖਲਵਾਰੇ ਅੱਗ ਨਾਲ ਭਰ ਜਾਣਗੇ ਅਤੇ ਝੁੱਚੇ ਮੈਂ ਤੇਲ ਨਾਲ ਉਛਲਣਗੇ। ਜਿੰਨਿਆਂ ਵਰਿਆਂ ਦਾ ਸਦਾ ਨੇ ਖਾਧਾ, ਇੰਨਿਆਂ ਨੂੰ ਮੈਂ ਤੁਹਾਨੂੰ ਮੋੜ ਦਿਆਂਗਾ। ਸਿੱਧੀ ਮੂੰਗਾ ਫੇਰ ਅਤੇ ਟੋਕਾ ਮੇਰੀ ਵੱਡੀ ਫੌਜ ਜਿਹੜੀ ਮੈਂ ਤੁਹਾਡੇ ਉੱਤੇ ਕੱਢੀ, ਤੁਸੀਂ ਲੈ ਕੇ ਖਾਓਗੇ ਅਤੇ ਰੱਜ ਜਾਓਗੇ। ਤੁਸੀਂ ਯਹੋਵਾ ਆਪਣੇ ਪਰਮੇਸ਼ਵਰ ਦਾ ਨਾਮ ਸਲਾਹੋਗੇ, ਜਿਹਨੇ ਤੁਹਾਡੇ ਨਾਲ ਅਚਰਜ ਵਰਤਾਓ ਕੀਤਾ ਅਤੇ ਮੇਰੀ ਪ੍ਰਜਾ ਫੇਰ ਕਦੇ ਲੱਗਿਆਵਾਨ ਨਾ ਹੋਵੇਗੀ। ਆਮੀਨ, ਹਾਲੇਲੂਇਆ। ਇਸ ਹਿੱਸੇ ਵਿੱਚ ਅਸੀਂ ਸਿੱਖ ਚੁੱਕੇ ਹਾਂ ਕਿ ਪਹਿਲੀ ਬਾਰਿਸ਼ ਜਿਹੜੀ ਸੀਗੀ ਉਹ ਪੰਤੇਕੁਸਤ ਦੇ ਦਿਨ ਵਿੱਚ ਹੋਈ ਸੀਗੀ, ਔਰ ਉਹ ਪਹਿਲੀ ਵਾਰ ਸੀਗੀ ਪਵਿੱਤਰ ਆਤਮਾ ਦੀ, ਜਿੱਥੋਂ ਪਵਿੱਤਰ ਆਤਮਾ ਜਿਹੜਾ ਜਾਣਿਆ ਜਾਣ ਲੱਗਾ, ਔਰ ਪਰਮੇਸ਼ਰ ਨੇ ਆਪਣਾ ਪਵਿੱਤਰ ਆਤਮਾ ਉਸ ਜਗ੍ਹਾ 'ਤੇ ਲੋਕਾਂ ਉੱਤੇ ਬਹਾਇਆ। ਅਤੇ ਉਸ ਦਿਨ ਨੂੰ ਜਿਹੜਾ ਆ ਉਹ ਅੱਜ ਤੱਕ ਲੋਕ ਯਾਦ ਕਰਦੇ ਆ, ਪੰਤੇਕੁਸਤ ਦਾ ਦਿਨ, ਕਿਉਂਕਿ ਪਵਿੱਤਰ ਆਤਮਾ ਉਸ ਦਿਨ ਪਹਿਲੀ ਵਾਰੀ ਲੋਕਾਂ ਉੱਤੇ ਜਾਂ ਚੇਲਿਆਂ ਉੱਤੇ ਉਤਰਿਆ ਸੀਗਾ। ਸੋ ਆਖਰੀ ਬਾਰਿਸ਼ ਜਿਹੜੀ ਆ ਉਹ ਇਹਨਾਂ ਦਿਨਾਂ ਦੇ ਵਿੱਚ, ਜਦੋਂ ਅਸੀਂ ਸਿੱਖਿਆ ਸੀਗਾ ਕਿ 1904 ਔਰ 1906 ਦੇ ਵਿੱਚ ਅਮਰੀਕਾ ਔਰ ਇੰਡੀਆ ਦੇ ਸ਼ਹਿਰ ਦੇ ਹਿੱਸੇ ਦੇ ਵਿੱਚ ਜਿਹੜੀ ਆ ਹੋਈ ਸੀਗੀ ਬਾਰਿਸ਼। ਸੋ ਉਸੇ ਬਾਰਿਸ਼ ਦਾ ਜਿਹੜਾ ਅਸਰ ਆ ਉਹ ਅੱਜ ਤੱਕ ਚੱਲਦਾ ਆ ਰਿਹਾ ਆ। ਸੋ ਇਹ ਜਿਹੜੀ ਬਾਰਿਸ਼ ਆ ਇਹਦਾ ਸਮੇਂ ਜਿਹੜਾ ਅਸੀਂ ਵੇਖਦੇ ਹਾਂ ਕਿ ਬੜਾ ਲੰਬਾ ਸਮੇਂ ਹੋ ਗਿਆ, ਔਰ ਪਵਿੱਤਰ ਆਤਮਾ ਦਾ ਪਰ ਹਾਲੇ ਤੱਕ ਲੋਕਾਂ 'ਤੇ ਜਿਹੜਾ ਪ੍ਰਕਾਸ਼ਨ ਹਾਲੇ ਤੱਕ ਅੱਛੇ ਤਰੀਕੇ ਨਾਲ ਹੋਇਆ ਨਹੀਂ, ਕਿਉਂਕਿ ਹਾਲੇ ਵੀ ਬਹੁਤ ਸਾਰੇ ਲੋਕ ਪਵਿੱਤਰ ਆਤਮਾ ਨਹੀਂ ਪਾ ਸਕੇ ਔਰ ਪਵਿੱਤਰ ਆਤਮਾ ਦੀ ਸ਼ਕਤੀ ਨੂੰ ਸਮਝ ਨਹੀਂ ਸਕੇ। ਅਸੀਂ ਪਿਛਲੇ ਦਿਨਾਂ ਸਿੱਖਿਆ ਸੀਗਾ ਕਿ 2 ਸ਼ਕਤੀਆਂ ਦੇ ਬਾਰੇ ਬਾਈਬਲ ਵਿੱਚ ਜ਼ਿਕਰ ਆਇਆ, ਇੱਕ ਸਲੀਬ ਔਰ ਦੂਸਰਾ ਪਵਿੱਤਰ ਆਤਮਾ। ਲਿਖਿਆ ਸਲੀਬ ਦੀ ਕਥਾ ਉਹਨਾਂ ਦੇ ਭਾਣੇ ਮੂਰਖਤਾ ਆ ਜਿਹੜੇ ਨਾਸ਼ ਹੋ ਰਹੇ ਆ, ਪਰ ਸਾਡੇ ਲਈ ਉਹ ਇੱਕ ਸ਼ਕਤੀ ਆ, ਸਾਡੇ ਲਈ ਇੱਕ ਪਾਵਰ ਆ, ਤਾਕਤ ਆ। ਸੋ ਪਵਿੱਤਰ ਆਤਮਾ ਦੇ ਬਾਰੇ ਵੀ ਹੈ ਕਿ ਪਵਿੱਤਰ ਆਤਮਾ ਸਾਡੇ ਲਈ ਇੱਕ ਸ਼ਕਤੀ ਆ, ਸਾਡੇ ਲਈ ਇੱਕ ਵਰਦਾਨ ਆ, ਔਰ ਸਾਨੂੰ ਪਰਮੇਸ਼ਰ ਕੋਲ ਇੱਕ ਤਾਕਤ ਮਿਲੀ ਹੋਈ ਆ ਜਿਹਨੂੰ ਪਾ ਕੇ ਅਸੀਂ ਸ਼ੈਤਾਨ ਦਾ ਸਾਹਮਣਾ ਕਰ ਸਕਦੇ ਹਾਂ, ਔਰ ਅਸੀਂ ਪਰਮੇਸ਼ਰ ਦੇ ਵਿੱਚ ਅੱਗੇ ਵੱਧ ਸਕਦੇ ਹਾਂ, ਔਰ ਅਸੀਂ ਆਪਣੇ ਆਪ ਨੂੰ ਪਵਿੱਤਰ ਕਰਦਿਆਂ ਹੋਇਆਂ ਪਰਮੇਸ਼ਰ ਦੇ ਸਵਰਗ ਰਾਜ ਦੇ ਵਾਸਤੇ ਅਸੀਂ ਤਿਆਰ ਹੋ ਸਕਦੇ ਹਾਂ। ਉਹ ਸ਼ਕਤੀ ਕਿਹੜੀ ਆ? ਪਵਿੱਤਰ ਆਤਮਾ। ਸੋ ਅਸੀਂ ਵੇਖਿਆ ਸੀਗਾ ਕੁਰਿੰਥੀਆਂ ਦੀ ਕਿਤਾਬ ਦੇ ਵਿੱਚ, ਕੁਰਿੰਥਸ ਦੀ ਪੱਤਰੀ ਦੇ ਖੱਤ ਦੇ ਵਿੱਚੋਂ ਅਸੀਂ ਫਿਰ ਦੁਬਾਰਾ ਪੜ੍ਹਾਂਗੇ ਕੁਰਿੰਥਸ ਦਾ ਦੂਸਰਾ ਖੱਤ, ਕੁਰਿੰਥਸ ਦੇ ਨਾਮ दूसरा खत, दूसरा कुरिन्थस 11 बाब ਉਹਦੀ 3 और 4 अध्याय पढ़ांगे। दूसरा कुरिन्थस 11 बाब। ਪਰ ਮੈਂ ਡਰਦਾ ਹਾਂ ਤੇ ਕਿਤੇ ਇਹੋ ਨਾ ਹੋਵੇ ਕਿ ਜਿਵੇਂ ਸੱਪ ਨੇ ਆਪਣੀ ਖਚਰ ਵਿਦਿਆ ਨਾਲ ਹਵਾ ਨੂੰ ਭਰਮਾਇਆ, ਤੁਹਾਡੇ ਮਨ ਵੀ ਉਸ ਸਾਦਗੀ ਅਤੇ ਪਵਿੱਤਰਤਾ ਤੋਂ ਜੋ ਮਸੀਹ ਦੀ ਗੱਲ ਹੈ ਵਿਗੜ ਨਾ ਜਾਣ। ਹਾਲੇਲੂਇਆ। ਸੋ ਇਸ ਜਗ੍ਹਾ ਤੇ ਖੁਦਾ ਦਾ ਦਾਸ ਕਲੀਸਿਆ ਦੇ ਵਾਸਤੇ ਫਿਕਰਮੰਦ ਆ, ਜਿਸ ਤਰ੍ਹਾਂ ਅੱਜ ਬਹੁਤ ਸਾਰੇ ਸੇਵਕ ਆਪਣੇ ਕਲੀਸਿਆ ਦੇ ਵਾਸਤੇ ਫਿਕਰਮੰਦ ਆ ਨਾ, ਉਸੇ ਤਰ੍ਹਾਂ ਖੁਦਾ ਦਾ ਦਾਸ ਕੁਰਿੰਥਸ ਦੀ ਕਲੀਸਿਆ ਦੇ ਵਾਸਤੇ ਬੜਾ ਫਿਕਰਮੰਦ ਆ। ਉਸਨੇ ਲਿਖਿਆ ਕਿ ਜਿਵੇਂ ਸੱਪ ਨੇ ਹਵਾ ਨੂੰ ਭਰਮਾ ਲਿਆ, ਕਹਿੰਦਾ ਮੈਂ ਡਰਦਾ ਹਾਂ ਵੀ ਕਿਤੇ ਅੱਜ ਵੀ ਤੁਸੀਂ ਕਿਤੇ ਭਰਮਾਏ ਨਾ ਜਾਓ। ਦੁਬਾਰਾ ਫਿਰ ਪੜ੍ਹੀਏ 3 ਅਧਿਆਇ। ਪਰ ਮੈਂ ਡਰਦਾ ਹਾਂ ਕਿਤੇ ਇਉਂ ਨਾ ਹੋਵੇ ਜਿਵੇਂ ਸੱਪ ਨੇ ਹਾਂ ਆਪਣੀ ਖੱਚਰ ਵਿਦਿਆ ਨਾਲ, ਸੱਪ ਨੇ ਕਿੱਦਾਂ, ਕਿਹੜੀ ਵਿਦਿਆ ਨਾਲ? ਖੱਚਰ ਵਿਦਿਆ ਨਾਲ। ਹਾਂਜੀ, ਹਵਾ ਨੂੰ ਭਰਮਾ ਲਿਆ, ਤੁਹਾਡੇ ਮਨ ਵੀ ਹਾਂ ਉਸ ਸਾਦਗੀ ਅਤੇ ਪਵਿੱਤਰਤਾ ਤੋਂ ਜੋ ਮਸੀਹ ਦੀ ਵੱਲ ਹੈ ਵਿਗੜ ਜਾਣ। ਹਾਂ, ਇੱਦਾਂ ਨਾ ਹੋਵੇ ਵੀ ਕਿਤੇ ਤੁਹਾਡੇ ਮਨ ਜਿਹੜੇ ਸੱਚਾਈ ਆਪਣੇ ਪਵਿੱਤਰਤਾ ਹੀ
ਔਰ ਸਾਦਗੀ ਵੱਲੋਂ ਕਿਤੇ ਵਿਗੜ ਨਾ ਜਾਣ, ਹੈ ਨਾ, ਇੱਦਾਂ ਨਾ ਹੋਵੇ ਕਿਤੇ ਤੁਹਾਡੇ ਮਨ ਵਿਗੜ ਜਾਣ। ਕਿੱਦਾਂ ਭਲਾ ਐਗਜ਼ਾਮਪਲ ਕਿਹੜੀ ਦਿੱਤੀ ਹੈ ਨਾ, ਹਵਾ ਦੀ ਐਗਜ਼ਾਮਪਲ ਦਿੱਤੀ ਹੈ ਵੀ ਹਵਾ ਭਰਮਾਈ ਗਈ ਸੱਪ ਦੇ ਦੁਆਰਾ। ਸੱਪ ਨੇ ਆਪਣੀਆਂ ਗੱਲਾਂ ਦੇ ਵਿੱਚ ਆ ਕੇ ਹਵਾ ਨੂੰ ਭਰਮਾ ਲਿਆ ਤੇ ਉਹਦੀ ਸਾਦਗੀ ਵੀ ਜਾਂਦੀ ਰਹੀ ਤੇ ਪਵਿੱਤਰਤਾ ਵੀ ਜਾਂਦੀ ਰਹੀ। ਸੰਤ ਪੌਲੁਸ ਖੁਦਾਦਾਸ ਇਸ ਗੱਲ ਦੇ ਵਾਸਤੇ ਫਿਕਰਮੰਦ ਆ ਆਪਣੇ ਕਲੀਸਿਆਵਾਂ ਦੇ ਵਾਸਤੇ। ਜਿਨ੍ਹਾਂ ਥਾਵਾਂ ਤੇ ਖੁਦਾਦਾਸ ਸੇਵਾ ਕਰਦਾ ਸੀਗਾ ਉਹਨਾਂ ਕਲੀਸਿਆਵਾਂ ਦੇ ਵਾਸਤੇ ਫਿਕਰਮੰਦ ਵੀ ਸੀ। ਕਲੀਸਿਆ ਦੇ ਵਾਸਤੇ ਸੇਵਕ ਨੂੰ ਫਿਕਰਮੰਦ ਹੋਣਾ ਜਿਹੜਾ ਆ ਉਹ ਜ਼ਰੂਰੀ ਆ। ਇਸੇ ਤਰ੍ਹਾਂ ਖੁਦਾ ਦਾ ਦਾਸ ਸੰਤ ਪੌਲੁਸ ਵੀ ਕਹਿੰਦਾ ਮੈਨੂੰ ਡਰ ਲੱਗਦਾ, ਮੈਂ ਡਰਦਾ ਆ ਵੀ ਕਿਤੇ ਜਿੱਦਾਂ ਹਵਾ ਭਰਮਾਈ ਗਈ ਤੁਸੀਂ ਵੀ ਕਿਤੇ ਭਰਮਾਏ ਨਾ ਜਾਓ। ਤੇ ਭਰਮਾਏ ਕਿੱਦਾਂ ਜਾਣਾ, ਕਿਹੜੀ ਗੱਲ ਤੋਂ ਭਰਮਾਏ ਜਾਣਾ? ਅਸੀਂ ਸਿੱਖਿਆ ਸੀਗਾ ਪਿਛਲੇ ਦਿਨਾਂ ਦੇ ਵਿੱਚ ਕਿ ਪ੍ਰਭੂ ਦਾ ਨਾਮ ਲੈ ਕੇ ਹੀ ਨਾ ਲੋਕੀ ਸਾਨੂੰ ਭਰਮਾ ਲੈਣਗੇ। ਪ੍ਰਭੂ ਯਿਸੂ ਮਸੀਹ ਦਾ ਨਾਮ ਲੈ ਕੇ ਨਾ ਉਹ ਸਾਨੂੰ ਭਰਮਾਉਣਗੇ ਤੇ ਆਤਮਾ ਦਾ ਨਾਮ ਲੈ ਕੇ ਸਾਨੂੰ ਭਰਮਾਉਣਗੇ ਤੇ ਸੰਦੇਸ਼ ਸਾਨੂੰ ਸੁਣਾਉਣ ਦਾ ਕਰਕੇ ਸਾਨੂੰ ਉਹ ਭਰਮਾ ਲੈਣਗੇ। ਸੰਦੇਸ਼ ਇਹ ਬਾਈਬਲ ਦਾ ਹੀ ਹੈ ਪਰ ਉਹਦੇ ਵਿੱਚੋਂ ਕੁਝ ਹਿੱਸੇ ਕੱਢ ਕੇ ਆਪਣੇ ਮਤਲਬ ਦੇ ਹਿੱਸੇ ਉਹਨਾਂ ਨੇ ਬਣਾ ਕੇ ਤੇ ਸਾਨੂੰ ਭਰਮਾ ਸਕਦੇ ਆ। ਉਸ ਤੋਂ ਅੱਗੇ ਪੜਾਂਗੇ 4 ਐਤ ਵੀ। ਹਾਂਜੀ, ਜੇ ਤਾਂ ਕੋਈ ਆਉਣ ਵਾਲਾ ਕਿਸੇ ਦੂਜੇ ਯਿਸੂ ਦੀ ਮਨਾਦੀ ਕਰਦਾ, ਹਾਂਜੀ, ਜਿਹਦੀ ਅਸਾਂ ਨਾ ਕੀਤੀ, ਜੇ ਕੋਈ ਦੂਜਾ ਯਿਸੂ ਆਉਣ ਵਾਲਾ ਉਹਦੀ ਮਨਾਦੀ ਕਰਦਾ ਹੋਵੇ, ਹਾਂਜੀ, ਜਿਹੜੀ ਅਸਾਂ ਨਹੀਂ ਕੀਤੀ, ਜਾਂ ਤੁਹਾਨੂੰ ਕੋਈ ਹੋਰ ਆਤਮਾ ਮਿਲਦਾ ਜਿਹੜਾ ਤੁਹਾਨੂੰ ਨਾ ਮਿਲਿਆ। ਇੱਕ ਆਤਮਾ ਮਿਲਿਆ ਨਾ, ਇੱਕ ਆਤਮਾ ਮਿਲਿਆ, ਪਵਿੱਤਰ ਆਤਮਾ ਮਿਲਿਆ। ਲਿਖਿਆ ਕਿਸੇ ਹੋਰ ਆਤਮਾ ਦਾ ਤੁਹਾਨੂੰ ਕੋਈ ਸੰਦੇਸ਼ ਲੈ ਕੇ ਆਵੇ ਜਿਹਦਾ ਪ੍ਰਚਾਰ ਅਸੀਂ ਕੀਤਾ ਹੀ ਨਹੀਂ, ਹੈ ਨਾ, ਹੋਰ ਆਤਮਾ ਤੇ ਹੋਰ ਯਿਸੂ। ਹਾਂਜੀ, ਉਸ ਤੋਂ ਅੱਗੇ ਜਾਂ ਕੋਈ ਹੋਰ ਹੀ ਖੁਸ਼ਖਬਰੀ ਜਿਹਨੂੰ ਤੁਸੀਂ ਕਬੂਲ ਨਾ ਕੀਤਾ ਤਾਂ ਤੁਸੀਂ ਅੱਛੀ ਤਰ੍ਹਾਂ ਉਹਨੂੰ ਸਹਾਰ ਲੈਂਦੇ ਆ, ਹੈ ਨਾ। ਪਰ ਸੰਤ ਪੌਲੁਸ ਕਹਿੰਦਾ ਮੈਂ ਡਰਦਾ ਵੀ ਐਸਾ ਸੰਦੇਸ਼ ਤੁਹਾਡੇ ਕੋਲ ਨਾ ਕਿਤੇ ਪਹੁੰਚ ਜਾਵੇ ਵੀ ਕਿ ਦੂਸਰਾ ਹੀ ਯਿਸੂ ਦੀ ਮਨਾਦੀ ਤੁਹਾਨੂੰ ਆ ਕੇ ਕੋਈ ਸੁਣਾ ਦੇਵੇ, ਕਿਤੇ ਦੂਸਰੇ ਆਤਮਾ ਦੀ ਮਨਾਦੀ ਤੁਹਾਨੂੰ ਕੋਈ ਆ ਕੇ ਕਰ ਜਾਵੇ, ਕਿਤੇ ਦੂਸਰੇ ਸੰਦੇਸ਼ ਤੁਹਾਨੂੰ ਆ ਕੇ ਕੋਈ ਖੁਸ਼ਖਬਰੀ ਨਾ ਦੇ ਜਾਵੇ। ਸੋ ਇਸੇ ਤਰ੍ਹਾਂ ਵੱਖ-ਵੱਖ ਸਿੱਖਿਆਵਾਂ ਜਿਹੜੀਆਂ ਹੈ ਨਾ ਉਹ ਇਸ ਦੁਨੀਆ ਵਿੱਚ ਕੰਮ ਕਰਦੀਆਂ। ਕਿਹਦੇ ਨਾਮ ਦੇ ਵਿੱਚ? ਯਿਸੂ ਮਸੀਹ ਦੇ ਨਾਮ ਦੇ ਵਿੱਚ। ਕਿਹਦੇ ਨਾਮ ਦੇ ਵਿੱਚ? ਪਵਿੱਤਰ ਆਤਮਾ ਦੇ ਨਾਮ ਵਿੱਚ। ਕਿਹਦੇ ਨਾਮ ਦੇ ਵਿੱਚ? ਬਾਈਬਲ ਦੇ ਨਾਮ ਦੇ ਵਿੱਚ, ਨਵੇਂ ਨੇਮ ਦੇ ਨਾਮ ਵਿੱਚ, ਪੁਰਾਣੇ ਨੇਮ ਦੇ ਨਾਮ ਵਿੱਚ, ਹੈ ਨਾ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸਿੱਖਿਆਵਾਂ ਜਿਹੜੀਆਂ ਆ ਉਹ ਸਾਡੀ ਪਵਿੱਤਰਤਾ ਨੂੰ, ਸਾਡੀ ਸਾਦਗੀ ਨੂੰ ਭੰਗ ਕਰਨ ਵਾਸਤੇ, ਖਰਾਬ ਕਰਨ ਵਾਸਤੇ ਜਿਹੜਾ ਆ ਉਹ ਇਸ ਦੁਨੀਆ ਵਿੱਚ ਕਾਰਜ ਕਰਦੀਆਂ ਪਈਆਂ ਆ। ਸੋ ਜਿਹੜੀ ਅਸੀਂ ਸਿੱਖਦੇ ਪਏ ਹਾਂ ਕਨਾਤ ਦਾ ਹਿੱਸਾ, ਉਹ ਕਨਾਤ ਦਾ ਮਤਲਬ ਹੀ ਇਹੋ ਹੀ ਆ ਕਿ ਅਸੀਂ ਆਪਣੇ ਆਪ ਨੂੰ ਸਾਂਭ ਕੇ ਰੱਖਣਾ ਨਾ। ਕਿਤੇ ਜਿਹੜੀ ਤਲੀਮ ਦਾ ਖਮੀਰ ਹੈ ਨਾ ਉਹ ਸਾਡੇ ਅੰਦਰ ਕਿਤੇ ਦਾਖਲ ਨਾ ਹੋ ਜਾਵੇ, ਸਾਡੇ ਅੰਦਰ ਉਹ ਨਾ ਆ ਜਾਵੇ, ਉਹ ਨਾ ਸਾਡੇ ਅੰਦਰ ਭਰ ਜਾਵੇ। ਕਿਉਂਕਿ ਜੇਕਰ ਖਮੀਰ ਸਾਡੇ ਅੰਦਰ ਆ ਗਿਆ, ਓਪਰੀ ਸਿੱਖਿਆ ਦਾ ਜਾਂ ਦੂਸਰੇ ਯਿਸੂ ਦਾ ਜਾਂ ਦੂਸਰੇ ਆਤਮਾ ਦਾ ਖਮੀਰ ਸਾਡੇ ਅੰਦਰ ਆ ਗਿਆ ਤੇ ਉਹਨੇ ਸਾਡੀ ਸਾਦਗੀ ਨੂੰ ਕੀ ਕਰਨਾ ਹੈ? ਖਰਾਬ ਕਰ ਦੇਣਾ। ਉਹਨੇ ਸਾਡੀ ਪਵਿੱਤਰਤਾ ਨੂੰ ਕੀ ਕਰਨਾ ਹੈ? ਖਰਾਬ ਕਰ ਦੇਣਾ। ਸੋ ਇਸ ਕਰਕੇ ਅਸੀਂ ਬੜੇ ਹੀ ਹੁਸ਼ਿਆਰ ਰਹਿਣਾ ਆ। ਔਰ ਇਹਨਾਂ ਦਿਨਾਂ ਦੇ ਵਿੱਚ ਬੜੀਆਂ ਸਿੱਖਿਆਵਾਂ ਜਿਹੜੀਆਂ ਉਹ ਆ ਰਹੀਆਂ ਆ। ਅੱਜ ਹੀ ਸਾਡੇ ਕਲੀਸਿਆ ਦੇ ਇੱਕ ਪੁਰਾਣੇ ਭਾਈ ਨੇ ਅੱਜ ਮੈਨੂੰ ਮੈਸੇਜ ਕੀਤਾ, ਚਰਚ ਮੈਂ ਆ ਹੀ ਰਿਹਾ ਸੀਗਾ, ਉਹਨਾਂ ਦਾ ਮੈਸੇਜ ਆਇਆ, ਕਹਿੰਦੇ ਜੀ ਸਾਡੇ ਪਾਸਟਰ ਸਾਹਿਬ ਜਲੰਧਰ ਗਏ ਸੀਗੇ ਤੇ ਉੱਥੇ ਕੋਈ ਪਾਸਟਰ ਨੇ ਉਹਨਾਂ ਨੂੰ ਇੱਕ ਮਹਾ ਅਭਿਸ਼ੇਕ ਦੇ ਦਿੱਤਾ ਆ, ਮਹਾ ਅਭਿਸ਼ੇਕ। ਤੇ ਕਹਿੰਦੇ ਜਦੋਂ ਸਾਡੇ ਪਾਸਟਰ ਚਰਚ 'ਚ ਵਾਪਸ ਆਏ ਆ ਤੇ ਉਹ ਕਹਿੰਦੇ ਲੋਕੀ ਡਿੱਗੀ ਜਾਂਦੇ। ਤੇ ਮੈਂ ਕਿਹਾ ਹੁਣ ਤੁਸੀਂ ਮੈਨੂੰ ਇਹ ਦੱਸ ਦਿਓ ਬਈ ਜਦੋਂ ਤੁਸੀਂ ਪਹਿਲਾਂ ਇਬਾਦਤ ਕਰਦੇ ਸੀ ਉਦੋਂ ਕਿਹਦੀ ਇਬਾਦਤ ਕਰਦੇ ਸੀ? ਜੇਕਰ ਤੁਸੀਂ ਮਹਾ ਅਭਿਸ਼ੇਕ ਲਿਆਂਦਾ ਤੇ ਕਹਿੰਦੇ ਮਹਾ ਅਭਿਸ਼ੇਕ ਸਹੀ ਆ, ਤੇ ਜੇਕਰ ਤੁਸੀਂ ਪਹਿਲਾਂ ਇਬਾਦਤ ਕਰਦੇ ਸੀ ਫਿਰ ਕਿਹਦੀ ਕਰਦੇ ਸੀ ਇਬਾਦਤ? ਤੇ ਜੇਕਰ ਪਹਿਲਾਂ ਤੁਸੀਂ ਸਹੀ ਇਬਾਦਤ ਕਰਦੇ ਸੀਗੇ ਤੇ ਹੁਣ ਮਹਾ ਅਭਿਸ਼ੇਕ ਆ ਗਿਆ ਤੇ ਹੁਣ ਕੀ ਹੋਇਆ? ਕਿਤੇ ਨਾ ਕਿਤੇ ਤਾਂ ਗੜਬੜ ਤੇ ਹੈਗੀ ਆ, ਜਾਂ ਪਹਿਲੀ ਵਾਲੀ ਬੰਦਗੀ 'ਚ ਤੇ ਜਾਂ ਫਿਰ ਜਿਹੜੀ ਬਾਅਦ ਵਾਲੀ ਬੰਦਗੀ 'ਚ, ਕਿਤੇ ਨਾ ਕਿਤੇ ਤਾਂ ਕੋਈ ਗੜਬੜ ਜਿਹੜੀ ਆ ਉਹ ਹੈਗੀ ਆ। ਪਰ ਜਿਹੜਾ ਅਭਿਸ਼ੇਕ, ਨਵਾਂ ਅਭਿਸ਼ੇਕ, ਪਰਮੇਸ਼ਵਰ ਦਾ ਆਤਮਾ ਹਮੇਸ਼ਾ ਹੀ ਤਾਜ਼ਾ ਆ, ਹਮੇਸ਼ਾ ਉਹਦਾ ਅਭਿਸ਼ੇਕ ਨਵਾਂ ਹੀ ਆ। ਉਹਦਾ ਅਭਿਸ਼ੇਕ ਕਦੇ ਜਿਹੜਾ ਆ ਉਹ ਮੱਧਮ ਪੈਂਦਾ ਹੀ ਨਹੀਂ। ਵਿਸ਼ਵਾਸੀ ਮੱਧਮ ਪੈ ਜਾਂਦੇ ਆ, ਸੇਵਕ ਮੱਧਮ ਪੈ ਜਾਂਦੇ ਆ, ਪਰ ਪਰਮੇਸ਼ਵਰ ਕਦੇ ਉਹਦਾ ਅਭਿਸ਼ੇਕ ਜਾਂ ਉਹਦਾ ਆਤਮਾ ਜਾਂ ਪਰਮੇਸ਼ਵਰ ਦੀ ਆਵਾਜ਼ ਕਦੇ ਵੀ ਮੱਧਮ ਹੁੰਦੀ ਨਹੀਂ। ਪਰਮੇਸ਼ਵਰ ਦਾ ਕਲਾਮ ਕਦੇ ਵੀ ਮੱਠਾ ਹੁੰਦਾ ਨਹੀਂ। ਪਰਮੇਸ਼ਵਰ ਦਾ ਕਲਾਮ ਜਿਹੜਾ ਆ, ਜਿਸ ਕਲਾਮ ਦੇ ਨਾਲ, ਜਿਸ ਸ਼ਬਦ ਦੇ ਨਾਲ ਪਰਮੇਸ਼ਵਰ ਨੇ ਇਹ ਜ਼ਮੀਨ ਬਣਾਈ, ਇਹ ਆਕਾਸ਼ ਬਣਾਏ, ਜਿਸ ਸ਼ਬਦ ਦੇ ਨਾਲ ਪ੍ਰਭੂ ਯਿਸੂ ਮਸੀਹ ਨੇ ਮੁਰਦਿਆਂ ਨੂੰ ਜਿੰਦਾ ਕੀਤਾ, ਤੇ ਉਹਨਾਂ ਸ਼ਬਦਾਂ ਦੇ ਨਾਲ ਅੱਜ ਵੀ ਤਾਂ ਕੰਮ ਹੁੰਦਾ ਹੀ ਆ। ਕਿਉਂਕਿ ਅੱਜ ਅਸੀਂ ਇਹਨਾਂ ਸ਼ਬਦਾਂ ਦੀ ਸ਼ਕਤੀ ਨੂੰ ਮੰਗਦੇ ਹੀ ਨਹੀਂ ਰੱਬ ਦੇ ਕੋਲੋਂ। ਅੱਜ ਅਸੀਂ ਹੋਰ ਹੀ ਸ਼ਕਤੀਆਂ ਮੰਗਦੇ ਹਾਂ ਕਿ ਪ੍ਰਭੂ ਜਦੋਂ ਮੈਂ ਕਲੀਸਿਆ ਵਿੱਚ ਖੜਾ ਹੀ ਹੋਵਾਂ ਨਾ ਤੇ ਮੈਂ ਖੜਾ ਹੋਵਾਂ ਤੇ ਬਾਕੀ ਡਿੱਗ ਪੈਣ। ਅੱਜ ਇੱਦਾਂ ਦੀ ਸ਼ਕਤੀ ਅਸੀਂ ਮੰਗਦੇ ਹਾਂ। ਸੋ ਇਹ ਪ੍ਰਭੂ ਦੇ ਕੋਲ ਇਹ ਵੀ ਤਾਂ ਮੰਗ ਸਕਦੇ, ਪ੍ਰਭੂ ਉਹੋ ਹੀ ਸ਼ਬਦ ਮੈਨੂੰ ਚਾਹੀਦੇ,
ਉਹੋ ਹੀ ਸ਼ਬਦ ਮੇਰੇ ਅੰਦਰ ਕਾਰਜ ਕਰਨ, ਜਿਸ ਸ਼ਬਦ ਦੇ ਨਾਲ ਤੂੰ ਜ਼ਮੀਨ ਬਣਾਈ, ਜਿਸ ਸ਼ਬਦ ਦੇ ਨਾਲ ਤੂੰ ਆਕਾਸ਼ ਬਣਾਏ, ਜਿਸ ਸ਼ਬਦ ਦੇ ਨਾਲ ਪ੍ਰਭੂ ਯਿਸੂ ਮਸੀਹ ਨੇ ਲਾਜ਼ਰ ਨੂੰ ਕਿਹਾ ਤੇ ਉਹ ਲਾਜ਼ਰ ਕਬਰ ਵਿੱਚੋਂ ਬਾਹਰ ਆ ਗਿਆ। ਪ੍ਰਭੂ ਮੈਨੂੰ ਉਹੀ ਸ਼ਬਦਾਂ ਦੀ ਸ਼ਕਤੀ ਮੈਨੂੰ ਚਾਹੀਦੀ ਆ ਤੇ ਕੋਈ ਵੀ ਪਖੰਡ ਕਰਨ ਦੀ ਲੋੜ ਨਹੀਂ। ਸੋ ਉਸ ਭਾਈ ਨੇ ਮੈਨੂੰ ਕਿਹਾ ਮੈਂ ਪੁੱਛਣਾ ਚਾਹੁੰਦਾ ਵੀ ਸਾਡੇ ਮੈਂ ਕਿਹਾ ਤੁਸੀਂ ਆਪਣੇ ਪਾਸਟਰ ਕੋਲ ਪੁੱਛ ਲਵੋ, ਹੈ ਨਾ। ਹੁਣ ਪਾਸਟਰ ਕੋਲ ਕਿਹੜੇ ਹਿਸਾਬ ਨਾਲ ਪੁੱਛਣਾ, ਕਿਉਂਕਿ ਪਹਿਲਾਂ ਪਾਸਟਰ ਬੜੇ ਪ੍ਰਭੂ ਦੇ ਜਿਹੜਾ ਆਤਮਿਕ ਆਨੰਦ ਦੇ ਨਾਲ ਬੰਦਗੀ ਕਰਦੇ ਸੀਗੇ ਤੇ ਕਲਾਮ ਸੁਣਾਉਂਦੇ ਸੀਗੇ, ਪਰ ਹੁਣ ਜਦੋਂ ਉਹਨਾਂ ਨੂੰ ਮਹਾਅਭਿਸ਼ੇਕ ਮਿਲਿਆ ਆ ਤੇ ਉਦੋਂ ਦੇ ਜਿਹੜੇ ਉਹ ਬੜੇ ਪਰੇਸ਼ਾਨ ਆ, ਹੈ ਨਾ। ਸਾਰੀ ਕਲੀਸੇ ਪਰੇਸ਼ਾਨ ਹੈ ਜੀ। ਇੱਕ ਭਾਈ ਇੱਕ ਵਿਸ਼ਵਾਸੀ ਪਰੇਸ਼ਾਨ ਹੈ ਮਤਲਬ ਬਾਕੀ ਵੀ ਕੀ ਆ, ਬਾਕੀ ਵੀ ਪਰੇਸ਼ਾਨ ਤਾਂ ਹੈਗੇ ਹੀ ਆ ਨਾ, ਹਾਂ ਬਾਕੀ ਪਰੇਸ਼ਾਨ ਹੋਏ ਤੇ ਉਹ ਡਿੱਗੀ ਜਾਂਦੇ ਆ। ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਤਲੀਮਾਂ ਜਿਹੜੀਆਂ ਉਹ ਆ ਗਈਆਂ ਆ। ਔਰ ਪਿਛਲੇ ਦਿਨਾਂ 'ਚ ਇੱਕ ਹੋਰ ਤਲੀਮ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਹਾਂ, ਉਹ ਕਹਿੰਦੇ ਕਿ ਪਰਮੇਸ਼ਵਰ ਮਾਤਾ, ਉਹ ਪਰਮੇਸ਼ਵਰ ਨੂੰ ਮਾਤਾ ਦਾ ਨਾਮ ਦੇ ਰਹੇ ਆ। ਸੋ ਇੱਦਾਂ ਦੀਆਂ ਤਲੀਮਾਂ ਜਿਹੜੀਆਂ ਆ ਉਹ ਆ ਰਹੀਆਂ ਆ ਤੇ ਅਸੀਂ ਹੁਸ਼ਿਆਰ ਰਹਿਣਾ ਆ। ਸਾਨੂੰ ਕਲਾਮ ਦੇ ਵਿੱਚੋਂ ਸਿੱਖਣ ਨੂੰ ਜੋ ਮਿਲਦਾ ਆ ਅਸੀਂ ਉਹ ਸਿੱਖਣਾ ਆ। ਔਰ ਪ੍ਰਭੂ ਯਿਸੂ ਮਸੀਹ ਜੈਸੇ ਪ੍ਰਭੂ ਯਿਸੂ ਮਸੀਹ ਨੇ ਕਾਰਜ ਕੀਤੇ ਸੀ ਉਹਨਾਂ ਕਾਰਿਆਂ ਦੇ ਉੱਤੇ ਜਿਹੜੇ ਆ ਉਹਨਾਂ ਕੰਮਾਂ ਦੇ ਉੱਪਰ ਧਿਆਨ ਦੇਣਾ ਆ ਔਰ ਉਹਨਾਂ ਕੰਮਾਂ ਨੂੰ ਅਸੀਂ ਸਿੱਖਣਾ ਆ, ਪ੍ਰਭੂ ਦੇ ਕਲਾਮ ਨੂੰ ਅਸੀਂ ਸਿੱਖਣਾ ਆ ਤਾਂ ਕਿ ਅਸੀਂ ਸਾਡੀ ਸਾਦਗੀ ਜਿਹੜੀ ਖਰਾਬ ਨਾ ਹੋਵੇ ਤੇ ਸਾਡੀ ਪਵਿੱਤਰਤਾ ਜਿਹੜੀ ਹੈ ਉਹ ਵੀ ਖਰਾਬ ਨਾ ਹੋਵੇ। ਸੋ ਬਹੁਤ ਸਾਰੇ ਲੋਕ ਆਪਣੇ ਨਾਮ ਦਾ ਕਰਕੇ ਜਿਹੜਾ ਯਾਰ ਆਪਣੇ ਨਾਮ ਦਾ ਕਰਕੇ ਉਹ ਪ੍ਰਭੂ ਯਿਸੂ ਮਸੀਹ ਦੀ ਤਾਲੀਮ ਨੂੰ ਵਿਗਾੜ ਰਹੇ ਆ। ਸੋ ਇੱਕ ਹੋਰ ਭਾਈ ਨੇ ਮੇਰੇ ਨਾਲ ਗੱਲ ਕੀਤੀ, ਕਹਿੰਦਾ ਜੀ ਮੈਨੂੰ ਪਤਾ ਨਹੀਂ ਲੱਗਦਾ ਕਿ ਲੋਕ ਆਪਣੇ ਨਾਮ ਦੇ ਉੱਪਰ ਜਿਹੜੀਆਂ ਮਨਿਸਟਰੀਆਂ ਰੱਖਦੇ ਆ, ਹੈ ਨਾ, ਆਪਣੇ ਨਾਮ ਦੇ ਉੱਪਰ। ਜਦੋਂ ਮੈਂ ਆਪਣੇ ਨਾਮ ਉੱਤੇ ਮਨਿਸਟਰੀ ਰੱਖੂੰਗਾ ਨਾ, ਅਸ਼ੋਕ ਹੀਲਿੰਗ ਮਨਿਸਟਰੀ, ਹੈ ਨਾ, ਤਾਂ ਕਿਹਦਾ ਨਾਮ ਅੱਗੇ ਆਉਣਾ? ਮੇਰਾ ਹੀ ਹੋਣਾ, ਹੈ ਨਾ। ਯਿਸੂ ਮਸੀਹ ਦਾ ਨਾਮ ਤਾਂ ਨਹੀਂ ਆਉਣਾ ਤੇ ਯਿਸੂ ਮਸੀਹ ਦਾ ਨਾਮ ਥੋੜ੍ਹੀ ਅੱਗੇ ਆਉਣਾ ਆ। ਅਸੀਂ ਯਿਸੂ ਮਸੀਹ ਦੇ ਨਾਮ ਨੂੰ ਅੱਗੇ ਕਰਨਾ। ਮੈਂ ਕਈ ਵਾਰ ਗੱਲ ਕੀਤੀ, ਜ਼ਿਕਰ ਕੀਤਾ ਆ ਕਿ ਸਾਧੂ ਸੁੰਦਰ ਸਿੰਘ ਜੀ ਜਿਨ੍ਹਾਂ ਨੇ ਬਹੁਤ ਹੀ ਜਾਣੀ ਕਿ ਉਹਨਾਂ ਸਮਿਆਂ ਦੇ ਵਿੱਚ ਜਦੋਂ ਇੰਨੀ ਆਵਾਜਾਈ ਵੀ ਨਹੀਂ ਸੀਗੀ ਔਰ ਜਦੋਂ ਇੰਨੀਆਂ ਸਹੂਲਤਾਂ ਵੀ ਨਹੀਂ ਸੀਗੀਆਂ ਕਿ ਜਦੋਂ ਉਸ ਸਮੇਂ ਦੇ ਵਿੱਚ ਉਹਨਾਂ ਕੋਲ ਬੜੀ ਜ਼ਮੀਨ ਜਾਇਦਾਦ ਵੀ ਸੀਗੀ, ਪਰ ਉਹਨਾਂ ਸਾਰੀ ਜ਼ਮੀਨ ਜਾਇਦਾਦ ਛੱਡ ਕੇ ਸਾਰੇ ਆਪਣੇ ਵੱਡੇ ਘਰਾਂ ਨੂੰ ਦਿੱਲੀ ਵਿੱਚ ਛੱਡ ਕੇ ਚਲੇ ਗਏ ਉਹ। ਤੇ ਜਦੋਂ ਚਲੇ ਗਏ ਤੇ ਉਹ ਪਹਾੜਾਂ ਵਿੱਚ ਜੰਗਲਾਂ ਵਿੱਚ ਜਾ ਕੇ ਉਹਨਾਂ ਨੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੀ ਮਨਾਦੀ ਕਰ ਦਿੱਤੀ। ਜਿੱਥੇ ਤੇ ਲੋਕ ਸੀਗੇ ਉੱਥੇ ਜਾ ਕੇ ਉਹਨਾਂ ਨੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੀ ਮਨਾਦੀ ਕੀਤੀ। ਔਰ ਉਸ ਤੋਂ ਬਾਅਦ ਉਹਨਾਂ ਨੇ ਸਾਧੂ ਸੁੰਦਰ ਸਿੰਘ ਜੀ ਨੇ ਜਦੋਂ ਉਹਨਾਂ ਦਾ ਨਾਮ ਕਾਫੀ ਲੋਕਾਂ ਤੱਕ ਮਸ਼ਹੂਰ ਹੋ ਗਿਆ ਕਿ ਕਿਸੇ ਨੇ ਬੰਦਗੀ ਕਰਾਈ, ਕਹਿੰਦੇ ਵੀ ਅਸੀਂ ਸਾਧੂ ਸੁੰਦਰ ਸਿੰਘ ਜੀ ਨੂੰ ਬੁਲਾਉਣਾ ਆ ਤੇ ਅਸੀਂ ਜਿਹੜਾ ਆ ਉੱਥੇ ਬੰਦਗੀ ਕਰਾਉਣੀ ਉਹਨਾਂ ਦੀ ਤਾਂ ਕਿ ਅੱਗੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੀ ਗਵਾਹੀ ਦੇਣ। ਸੋ ਉਹਨਾਂ ਨੇ ਜਦੋਂ ਉਹਨਾਂ ਨੂੰ ਬੁਲਾਇਆ ਸਾਧੂ ਸੁੰਦਰ ਸਿੰਘ ਜੀ ਨੂੰ ਔਰ ਉਸ ਸ਼ਹਿਰ ਵਿੱਚ ਜਦੋਂ ਬੜੇ ਤੇ ਉਸ ਜਗ੍ਹਾ 'ਤੇ ਲਿਖਿਆ ਸੀ ਅਸੀਂ ਸਾਧੂ ਜੀ ਦਾ ਵੈਲਕਮ ਕਰਦੇ ਹਾਂ ਔਰ ਸਾਧੂ ਜੀ ਅੱਜ ਆਉਣਾ ਉਹਨਾਂ ਨੇ ਅਸੀਂ ਨੂੰ ਜੀ ਆਇਆਂ ਕਹਿੰਦੇ ਆ, ਅਸੀਂ ਉਹਨਾਂ ਦੇ ਵਾਸਤੇ ਇਸ ਤਰ੍ਹਾਂ ਦਾ ਸਵਾਗਤ ਕਰਨਾ ਹੈ। ਤੇ ਜਦੋਂ ਉਹਨਾਂ ਨੇ ਇੱਦਾਂ ਦੀਆਂ ਗੱਲਾਂ ਸੁਣੀਆਂ ਸ਼ਹਿਰ ਵਿੱਚ ਇੰਟਰ ਹੋਏ, ਜਦੋਂ ਵੇਖਿਆ ਵੀ ਇੱਥੇ ਕਹਿੰਦੇ ਸਵਾਗਤ ਤਾਂ ਮੇਰੇ ਨਾਮ ਦਾ ਹੋ ਰਿਹਾ ਤੇ ਪ੍ਰਭੂ ਯਿਸੂ ਮਸੀਹ ਦੇ ਨਾਮ ਦਾ ਤਾਂ ਸਵਾਗਤ ਹੀ ਨਹੀਂ, ਇੱਥੇ ਪ੍ਰਭੂ ਯਿਸੂ ਮਸੀਹ ਦਾ ਤਾਂ ਵੈਲਕਮ ਹੀ ਹੈ ਨਹੀਂ, ਪ੍ਰਭੂ ਯਿਸੂ ਮਸੀਹ ਨੂੰ ਤਾਂ ਜੀ ਆਇਆਂ ਨੇ ਕਿਹਾ ਹੀ ਨਹੀਂ। ਤੇ ਕਹਿੰਦੇ ਵੀ ਜਿੱਥੇ ਮੇਰਾ ਪ੍ਰਭੂ ਨਿਗਾਹ ਉੱਥੇ ਫਿਰ ਮੈਂ ਵੀ। ਤੇ ਅੱਜ ਵੀ ਇੱਦਾਂ ਹੀ ਆ, ਜਿੱਥੇ ਪ੍ਰਭੂ ਯਿਸੂ ਮਸੀਹ ਨਿਗਾਹ ਤੇ ਉੱਥੇ ਫਿਰ ਬੰਦਿਆਂ ਵਿੱਚ ਥੋੜ੍ਹੀ ਰੱਬ ਨੇ ਉਤਰਨਾ। ਰੱਬ ਨੇ ਕਿੱਥੇ ਉਤਰਨਾ? ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ? ਜਿੱਥੇ 2 ਜਾਂ 3 ਮੇਰੇ ਨਾਮ ਦੇ ਵਿੱਚ ਮੈਂ ਉਹਨਾਂ ਦੇ ਵਿਚਕਾਰ ਹੋਵਾਂਗਾ। ਜਿੱਥੇ ਪ੍ਰਭੂ ਨਹੀਂ ਹੈਗਾ ਤੇ ਫਿਰ ਉੱਥੇ ਤਲੀਮ ਕਿਹੜੀ ਹੋਊਗੀ ਫਿਰ? ਸੋ ਦੂਸਰਾ ਯਿਸੂ ਜਾਂ ਦੂਸਰਾ ਆਤਮਾ ਜਾਂ ਦੂਸਰਾ ਸੁਸਮਾਚਾਰ ਜਿਹੜਾ ਆ ਸੰਤ ਪੁਰਸ਼ਾਂ ਜਿਹੜਾ ਅਸੀਂ ਨਹੀਂ ਸੁਣਾਇਆ ਤੇ ਪਰ ਅਗਰ ਤੁਸੀਂ ਉਹਨੂੰ ਸੁਣਦੇ ਆ, ਤੁਸੀਂ ਸਹਾਰ ਲੈਂਦੇ ਆ, ਤੁਸੀਂ ਬਰਦਾਸ਼ਤ ਕਰਦੇ ਆ ਤੇ ਫਿਰ ਸਮਝੋ ਇੱਦਾਂ ਨਾ ਕਿਤੇ ਹੋਵੇ ਵੀ ਜਿੱਦਾਂ ਸੱਪ ਨੇ ਹਵਾ ਨੂੰ ਭਰਮਾ ਲਿਆ ਤੇ ਤੁਸੀਂ ਵੀ ਭਰਮਾਏ ਜਾਓ। ਚਲੋ ਹਾਲੇਲੂਇਆ। ਸੋ ਇਸ ਤਰ੍ਹਾਂ ਦੀ ਤਾਲੀਮ ਜਿਹੜੀ ਆ ਉਸ ਤਾਲੀਮ ਤੋਂ ਅਸੀਂ ਜਿਹੜਾ ਆ ਬਚਣਾ ਆ। ਸੋ ਜਿਵੇਂ ਜਿਵੇਂ ਆਤਮਾ ਦਾ ਦਾਇਰਾ ਵੱਧਦਾ ਆ, ਜਿਸ ਤਰ੍ਹਾਂ 1904 ਤੋਂ 1906 ਤੱਕ ਜਿਹੜਾ ਸੀਗਾ 2 ਵੱਡਿਆਂ ਸ਼ਹਿਰਾਂ ਵਿੱਚ ਆਤਮਾ ਨੇ ਪੂਰੇ ਜ਼ੋਰ ਨਾਲ ਆਤਮਾ ਉਤਰਿਆ ਲੋਕਾਂ ਉੱਤੇ, ਲੋਕਾਂ ਨੂੰ ਫਿਰ ਜਾਗਰਤੀ ਆਈ ਔਰ ਫਿਰ ਆਤਮਾ ਦੇ ਬਾਰੇ ਪਤਾ ਲੱਗਾ ਕਿ ਪਵਿੱਤਰ ਆਤਮਾ ਸਾਡੇ ਲਈ ਜਿਹੜਾ ਕਿੰਨਾ ਹੀ ਜ਼ਰੂਰੀ ਹੈ। ਕਈ ਵਾਰ ਅਸੀਂ ਸੋਚਦੇ ਹਾਂ ਖਰੇ ਪਵਿੱਤਰ ਆਤਮਾ ਨਵੇਂ ਨੇਮ ਦੇ ਵਿੱਚ ਥੋੜ੍ਹੇ ਚੈਪਟਰਾਂ ਦੇ ਵਿੱਚ ਇਹਦਾ ਜ਼ਿਕਰ ਹੁੰਦਾ, ਪਰ ਪਵਿੱਤਰ ਆਤਮਾ ਜ਼ਿਕਰ ਤਾਂ ਪੁਰਾਣੇ ਨੇਮ ਦੇ ਵਿੱਚ ਵੀ ਆ। ਸੋ ਪੁਰਾਣੇ ਨੇਮ ਦੇ ਵਿੱਚੋਂ ਵੀ ਸਾਨੂੰ ਪਵਿੱਤਰ ਆਤਮਾ ਦੇ ਕਾਫੀ ਰੈਫਰੈਂਸ ਜਿਹੜੇ ਆ ਮਿਲਦੇ ਆ। ਸੋ ਜਿਵੇਂ ਜਿਵੇਂ ਪਵਿੱਤਰ ਆਤਮਾ ਨੇ ਆਪਣਾ ਦਾਇਰਾ ਵਧਾਇਆ ਤੇ ਉਸੇ ਦੇ ਨਾਲ ਜਿਹੜਾ ਸੀਗਾ ਫਿਰ ਜਿਹੜਾ ਦੂਸਰਾ ਆਤਮਾ ਸੀਗਾ ਉਹਨੇ ਵੀ ਆਪਣਾ ਦਾਇਰਾ ਵਧਾਉਣਾ ਸ਼ੁਰੂ ਕਰ ਦਿੱਤਾ। ਸੋ ਜਿਵੇਂ ਜਿਵੇਂ ਪਵਿੱਤਰ ਆਤਮਾ ਦਾ ਦਾਇਰਾ ਵੱਧਦਾ ਰਿਹਾ ਉਸੇ ਤਰ੍ਹਾਂ ਦੂਸਰਾ ਜਿਹੜਾ ਯਿਸੂ ਆ ਜਾਂ ਦੂਸਰਾ ਲੋਕੀ ਕਹਿੰਦੇ ਆ ਕਈ ਆਪਣੇ ਆਪ ਨੂੰ ਯਿਸੂ ਕਰਕੇ ਜਿਹੜਾ ਪੇਸ਼ ਕਰਦੇ ਆਪਣੇ ਆਪ ਨੂੰ। ਹੁਣ ਜੇਕਰ ਅਸੀਂ ਨਾਮਾਂ ਤੇ ਮਨਿਸਟਰੀਆਂ ਰੱਖਦੇ ਹਾਂ ਇਹਦਾ ਮਤਲਬ ਯਿਸੂ ਤੋਂ ਬਾਅਦ ਫਿਰ ਅਸੀਂ ਆ ਨਾ। ਯਿਸੂ ਤੋਂ ਬਾਅਦ ਕੌਣ ਹੈ ਚੰਗੇ ਕਰਨ ਵਾਲਾ? ਅਸੀਂ ਆ। ਸੋ ਇਸ ਕਰਕੇ ਅਸੀਂ ਆਪਣੇ ਨਾਮ ਜਿਹੜੇ ਉਹਨਾਂ ਨੂੰ ਅੱਗੇ ਲੈ ਕੇ ਆਉਂਦੇ ਹਾਂ। ਸੋ
ਲੋਕੀ ਆਪਣੇ ਆਪਣੇ ਹਿਸਾਬ ਦੇ ਨਾਲ ਮਿਨਿਸਟਰੀ ਚਲਾਉਂਦੇ ਆ, ਪਰ ਅਸੀਂ ਨਾਮ ਤਾਂ ਕਿਸੇ ਦਾ ਨਹੀਂ ਲੈਣਾ, ਪਰ ਅਸੀਂ ਇਹ ਦੱਸ ਸਕਦੇ ਹਾਂ ਕਿ ਭਈ ਤੁਸੀਂ ਕਲਾਮ ਜੋ ਕਹਿੰਦਾ ਤੁਸੀਂ ਕਲਾਮ ਨੂੰ ਸਿੱਖਣਾ ਆ। ਸੋ ਕਈ ਵਾਰ ਸਾਡਾ ਜਿਹੜਾ ਸਿਖਾਉਣਾ ਜਿਹੜਾ ਉਹ ਬਾਕੀਆਂ ਨਾਲੋਂ ਅਲੱਗ ਲੱਗਦਾ ਆ, ਪਰ ਗੱਲ ਅਸੀਂ ਜਿਹੜੀ ਆ ਉਹ ਸੋਚ ਕੇ ਕਰੀਦੀ ਆ। ਅਗਰ ਕਈ ਵਾਰ ਸਾਡੇ ਕੋਲ ਵਾਧਾ ਘਾਟਾ ਵੀ ਹੋ ਜਾਂਦਾ, ਪਰ ਫਿਰ ਵੀ ਅਸੀਂ ਬਹੁਤ ਵਾਰ ਸੋਚ ਲਈਦਾ ਆ ਕਿ ਆਹ ਗੱਲ ਅਸੀਂ ਕਹਿਣੀ ਆ ਕਿ ਨਹੀਂ ਕਹਿਣੀ। ਸੋ ਕਈਆਂ ਨੂੰ ਗੱਲਾਂ ਜਿਹੜੀਆਂ ਉਹ ਬਹੁਤ ਵਧੀਆ ਲੱਗਦੀਆਂ ਕਿਉਂਕਿ ਉਹਨਾਂ ਨੇ ਨਹੀਂ ਸੁਣੀਆਂ ਜਾਂ ਉਹਨਾਂ ਨੂੰ ਪਤਾ ਲੱਗਦਾ ਕਿ ਵਾਕਿਆ ਵੀ ਕੁਝ ਫਰਕ ਤਾਂ ਹੈ। ਸੋ ਜਿਵੇਂ ਜਿਵੇਂ ਆਤਮਾ ਦਾ ਦਾਇਰਾ ਵਧਿਆ, ਉਸੇ ਤਰ੍ਹਾਂ ਜਿਹੜਾ ਦੂਸਰਾ ਆਤਮਾ ਦਾ ਵੀ ਦਾਇਰਾ ਜਿਹੜਾ ਉਹ ਵੱਧਦਾ ਗਿਆ। ਸੋ ਜਿਵੇਂ ਜਿਵੇਂ ਚੰਗਿਆਈ ਦਾ ਦਾਇਰਾ ਵਧਿਆ, ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਬਹੁਤ ਸਾਰੇ ਲੋਕ ਚੰਗੇ ਹੁੰਦੇ ਆ, ਇਹ ਵੀ ਮੈਂ ਦੱਸਦਾ ਚੱਲਾਂ ਤੁਹਾਨੂੰ, ਕਿਉਂਕਿ ਚੰਗਿਆਈ ਜਿਹੜੀ ਆ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਜੇਕਰ ਅਸੀਂ ਚੰਗਿਆਈ ਦਾ ਵਚਨ ਨਹੀਂ ਸੁਣਾਵਾਂਗੇ ਜਾਂ ਚੰਗੇ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਨਹੀਂ ਲੋਕਾਂ ਨੂੰ ਕਰਾਂਗੇ ਤਾਂ ਲੋਕਾਂ ਨੂੰ ਇਕੱਠਿਆਂ ਹੋਣਾ ਨਹੀਂ। ਸੋ ਇਹਦੇ ਵਾਸਤੇ ਸਾਨੂੰ ਬਹੁਤਾ ਜ਼ੋਰ ਲਾਉਣ ਦੀ ਜ਼ਰੂਰਤ ਨਹੀਂ। ਜਿੱਦਾਂ ਲਾਸਟ ਟਾਈਮ ਮੈਂ ਦੱਸਿਆ ਸੀਗਾ ਕਿ ਪਵਿੱਤਰ ਆਤਮਾ ਨੂੰ ਪਾਉਣ ਦੇ ਵਾਸਤੇ ਕੋਈ ਵੀ ਇੱਦਾਂ ਦਾ ਫਾਰਮੂਲਾ ਨਹੀਂ ਆ। ਸੋ ਕਈ ਕਹਿਣਗੇ ਤੁਸੀਂ ਬੈਠ ਕੇ ਇੱਕੋ ਹੀ ਸ਼ਬਦ ਬੋਲੀ ਜਾਣਾ, ਇੱਕੋ ਹੀ ਸ਼ਬਦ ਬੋਲੀ ਜਾਣਾ ਨਾ, ਤੇ ਉਹ ਵੀ ਮੈਂ ਕਹਿੰਦਾ ਵੀ ਐਡੀ ਵਧੀਆ ਕੋਈ ਗੱਲ ਹੈ ਨਹੀਂ, ਹੈ ਨਾ। ਜੇਕਰ ਆਤਮਾ ਮਿਲਣਾ ਤਾਂ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਬੈਠੋ, ਧੰਨਵਾਦ ਕਰੋ, ਰੱਬ ਦਾ ਸ਼ੁਕਰ ਕਰੋ, ਚੁੱਪ ਚਪੀਤੇ ਦੇ ਪਰਮੇਸ਼ਰ ਨੇ ਚੁੱਪ ਚਪੀਤੇ ਤੁਹਾਡੇ ਉੱਪਰ ਆਤਮਾ ਬਹਾ ਦੇਣਾ। ਸੋ ਬਹੁਤਾ ਇਹਦੇ ਵਾਸਤੇ ਕੋਈ ਫਾਰਮੂਲਾ ਅਜਮਾਉਣ ਦੀ ਕੋਈ ਲੋੜ ਨਹੀਂ, ਕਿਉਂਕਿ ਪਵਿੱਤਰ ਆਤਮਾ ਜਿਹੜਾ ਪਰਮੇਸ਼ਰ ਵੱਲੋਂ ਸ਼ਕਤੀ ਆ, ਤੇ ਸ਼ਕਤੀ ਜਿਹੜੀ ਆ ਜਦੋਂ ਸ਼ਕਤੀ ਤੁਹਾਡੇ ਵਿੱਚ ਆ ਗਈ ਤੇ ਫਿਰ ਤਾਂ ਤੁਸੀਂ ਸ਼ਕਤੀ ਨਾਲ ਭਰਨਾ ਹੀ ਆ, ਫਿਰ ਤਾਂ ਤੁਸੀਂ ਆਤਮਾ ਦੇ ਨਾਲ ਭਰਨਾ ਹੀ ਆ। ਸੋ ਆਤਮਾ ਦਾ ਪਾਉਣਾ ਜਿਹੜਾ ਆ ਬਹੁਤ ਹੀ ਜ਼ਰੂਰੀ ਆ। ਅਸੀਂ ਦੂਸਰਾ ਕੁਰਿੰਥੀਆਂ ਉਹਦਾ 11 ਬਾਬ 13 ਔਰ 15 ਅਸੀਂ ਪੜਾਂਗੇ। ਕਿਉਂ ਜੋ ਇਹੋ ਜਿਹੇ ਲੋਕ ਹਾਂਜੀ ਝੂਠੇ ਰਸੂਲ ਅਤੇ ਛਲਵਾਦ ਕਰਨ ਵਾਲੇ ਹਨ, ਜੋ ਆਪਣੇ ਰੂਪ ਨੂੰ ਮਸੀਹ ਦੇ ਰਸੂਲਾਂ ਦੇ ਰੂਪ ਵਿੱਚ ਬਤਾਉਂਦੇ ਹਨ। ਹਾਂਜੀ, ਇਸ ਜਗ੍ਹਾ ਤੇ ਲਿਖਿਆ ਐਸੇ ਵੀ ਰਸੂਲ ਆ, ਐਸੇ ਵੀ ਸੇਵਕ ਆ ਜਿਹੜੇ ਝੂਠੇ ਆ। ਦੁਬਾਰਾ ਪੜ੍ਹੀਏ। ਕਿਉਂ ਜੋ ਇਹੋ ਜਿਹੇ ਲੋਕ ਝੂਠੇ ਰਸੂਲ ਅਤੇ ਛਲਵਾਦ ਕਰਨ ਵਾਲੇ ਹਨ। ਇਹੋ ਜਿਹੇ ਲੋਕ ਝੂਠੇ ਰਸੂਲ ਅਤੇ ਛਲਵਾਦ ਕਰਨ ਵਾਲੇ ਆ। ਹਾਂਜੀ, ਜੋ ਆਪਣੇ ਰੂਪ ਨੂੰ ਮਸੀਹ ਦੇ ਰਸੂਲਾਂ ਦੇ ਰੂਪ ਵਿੱਚ ਬਤਾਉਂਦੇ ਹਨ। ਜੋ ਆਪਣੇ ਰੂਪ ਨੂੰ ਮਸੀਹ ਦੇ ਰਸੂਲਾਂ ਦੇ ਰੂਪ ਵਿੱਚ ਕੀ ਕਰਦੇ ਆ? ਉਹ ਹੈ ਨਹੀਂਗਾ ਰਸੂਲ, ਪਰ ਕੀ ਕਰਦੇ ਆ? ਰੂਪ ਉਹਨਾਂ ਨੇ ਉਦਾਂ ਦਾ ਬਣਾ ਲਿਆ। ਉਹਨਾਂ ਨੇ ਬੋਲੀ ਆਪਣੀ ਉਦਾਂ ਦੀ ਬਣਾ ਲਈ, ਹੈ ਨਾ, ਮਿੱਠੀ ਜਿਹੀ ਬੋਲੀ ਬਣਾ ਲਈ ਉਹਨਾਂ ਨੇ, ਤੇ ਲੋਕਾਂ ਨੂੰ ਕਰਕੇ ਪਤਾ ਲੱਗੇ ਵੀ ਵਾਕਿਆ ਵੀ ਰੱਬ ਦਾ ਰਸੂਲ ਹੀ ਹੈ ਨਾ। ਸੋ ਉਹਨਾਂ ਨੇ ਹੈ ਨਹੀਂ ਰਸੂਲ, ਪਰ ਉਹਨਾਂ ਨੇ ਆਪਣੇ ਆਪ ਨੂੰ ਕਿਹੜੇ ਰਸੂਲ ਬਣਾ ਲਿਆ? ਹਾਂਜੀ, ਮਸੀਹ ਦਾ ਰੂਪ ਬਟਾ ਲਿਆ, ਝੂਠੇ ਰਸੂਲ ਉਹ ਬਣ ਗਏ। ਮਸੀਹ ਦਾ ਬਟਾਇਆ ਹੋਇਆ ਉਹਨਾਂ ਨੇ। ਇਹਦਾ ਮਤਲਬ ਫਿਰ ਜੇ ਮਸੀਹ ਦਾ ਰੂਪ ਆ ਤੇ ਕੀ ਬਣ ਗਏ ਉਹ? ਫਿਰ ਮਸੀਹ ਆਪਣੇ ਆਪ ਨੂੰ ਬਣਾਉਂਦੇ ਨਾ। ਦੁਬਾਰਾ ਫਿਰ ਪੜ੍ਹੀਏ। ਕਿਉਂ ਜੋ ਇਹੋ ਜਿਹੇ ਲੋਕ ਝੂਠੇ ਰਸੂਲ ਅਤੇ ਛਲਵਾਦ ਕਰਨ ਵਾਲੇ ਆ, ਜੋ ਆਪਣੇ ਰੂਪ ਨੂੰ ਹਾਂਜੀ ਮਸੀਹ ਦੇ ਰਸੂਲਾਂ ਦੇ ਰੂਪ ਵਿੱਚ ਬਤਾਉਂਦੇ ਹਨ। ਹਾਂ, ਮਸੀਹ ਦੇ ਰਸੂਲਾਂ ਦੇ ਰੂਪ ਵਿੱਚ ਬਟਾਉਂਦੇ ਆ ਵੀ ਅਸੀਂ ਵੀ ਮਸੀਹ ਦੇ ਰਸੂਲ ਹੀ ਆ, ਅਸੀਂ ਮਸੀਹ ਦੇ ਚੇਲੇ ਹੀ ਆ। ਪਰ ਅਸਲ ਵਿੱਚ ਕੀ ਆ? ਉਹਨਾਂ ਦੇ ਅੰਦਰ ਕੀ ਭਰਿਆ ਹੋਇਆ? ਖਮੀਰ ਭਰਿਆ ਹੋਇਆ। ਅਸਲ ਵਿੱਚ ਉਹਨਾਂ ਦੇ ਅੰਦਰ ਕੀ ਭਰਿਆ? ਬੁਰਾਈ ਭਰੀ ਹੋਈ ਆ। ਅਸਲ ਵਿੱਚ ਉਹਨਾਂ ਦੇ ਅੰਦਰ ਕਿਹੜਾ ਭਰਿਆ? ਆਤਮਾ, ਝੂਠਾ ਆਤਮਾ। ਅਸਲ ਵਿੱਚ ਉਹ ਕਿਹਦੀ ਮਨਾਦੀ ਕਰਦੇ ਆ? ਦੂਸਰੇ ਯਿਸੂ ਮਸੀਹ ਦੀ ਮਨਾਦੀ ਕਰਦੇ ਆ। ਐਕਚੁਅਲੀ ਕਿਹੜਾ ਪ੍ਰਚਾਰ ਕਰਦੇ ਆ? ਉਹ ਪ੍ਰਚਾਰ ਕਰਦੇ ਆ ਜਿਹਦੇ ਪ੍ਰਚਾਰ ਦੀ ਅਸੀਂ ਹਾਲੇ ਤੱਕ ਜਿਸ ਪ੍ਰਚਾਰ ਨੂੰ ਸੁਣਿਆ ਹੀ ਨਹੀਂ, ਜਿਸ ਪ੍ਰਚਾਰ ਦੀ ਅਸੀਂ ਪ੍ਰਤੀਤ ਹੀ ਨਹੀਂ ਕੀਤੀ, ਜਿਹੜਾ ਪ੍ਰਚਾਰ ਸਾਡੇ ਤੱਕ ਸੁਣਾਇਆ ਹੀ ਨਹੀਂ ਗਿਆ, ਐਸਾ ਪ੍ਰਚਾਰ ਉਹ ਸੁਣਾਉਂਦੇ ਆ ਤੇ ਆਪਣੇ ਆਪ ਨੂੰ ਕੀ ਕਹਿੰਦੇ? ਅਸੀਂ ਮਸੀਹ ਦੇ ਕੀ ਆ? ਰਸੂਲ ਆ। ਪਰ ਉਹ ਹੈਗੇ ਕੀ ਆ? ਝੂਠੇ ਰਸੂਲ ਆ। ਹਾਂਜੀ, ਉਸ ਤੋਂ ਅੱਗੇ ਅਤੇ ਇਹ ਜੱਜ ਦੀ ਗੱਲ ਨਹੀਂ। ਕਿਉਂ ਜੋ ਸ਼ੈਤਾਨ ਵੀ ਆਪਣੇ ਰੂਪ ਨੂੰ ਚਾਨਣ ਦੇ ਦੂਤ ਦੇ ਰੂਪ ਵਿੱਚ ਬਤਾਉਂਦਾ ਹੈ। ਹਾਂ, ਇਹ ਕੋਈ ਇਦਾਂ ਦੀ ਚਰਚ ਵਾਲੀ ਗੱਲ ਨਹੀਂ ਹੈਗੀ, ਕਿਉਂਕਿ ਸ਼ੈਤਾਨ ਵੀ ਆਪਣੇ ਆਪ ਨੂੰ ਕਿੱਦਾਂ ਦਾ ਬਟਾਉਂਦਾ ਆ? ਆਪਣੇ ਆਪ ਨੂੰ ਚਾਨਣ ਦੇ ਰੂਪ ਵਿੱਚ ਉਹ ਬਟਾ ਲੈਂਦਾ ਆ। ਹੈਗਾ ਕੀ? ਉਹ ਹੈਗਾ ਹਨੇਰਾ ਹੀ ਆ, ਹੈਗਾ ਅੰਧਕਾਰ ਆ, ਪਰ ਬਟਾਉਂਦਾ ਕਿੱਦਾਂ ਆ? ਚਾਨਣ ਨਾ। ਇਸ ਕਰਕੇ ਕਿਸੇ ਖੁਦਾ ਦੇ ਇੱਕ ਦਾਸ ਨੇ ਕਿਤਾਬ ਲਿਖੀ ਸੀਗੀ, ਔਰ ਖੁਦਾ ਦਾ ਬੜਾ ਵੱਡਾ ਦਾਸ, ਉਹਨੇ ਬੜੀ ਵਧੀਆ ਕਿਤਾਬ ਲਿਖੀ। ਉਹਨੇ ਕਿਹਾ ਵੀ ਤੁਹਾਡਾ ਜਿਹੜਾ ਚਾਨਣ ਆ ਨਾ, ਜਿਸ ਨੂੰ ਅਸੀਂ ਚਾਨਣ ਕਹਿੰਦੇ ਆ, ਵੀ ਕਿਤੇ ਹਨੇਰਾ ਤਾਂ ਨਹੀਂ ਹੈ ਨਾ। ਐਕਚੁਅਲੀ ਕਈਆਂ ਦਾ ਚਾਨਣ ਇੱਦਾਂ ਦਾ ਹੀ ਆ, ਉਹਦੇ ਅੰਦਰ ਜਿਹੜਾ ਆ ਉਹ ਅੰਧਕਾਰ ਆ, ਪਰ ਉਹਨੇ ਬਣਾਇਆ ਹੋਇਆ ਕਿੱਦਾਂ? ਆਪਣੇ ਨੂੰ ਪੋਸ਼ਾਕ ਕਿਹੜੀ ਪਹਿਨੀ ਆ? ਪੋਸ਼ਾਕ ਚਾਨਣ ਵਾਲੀ ਪਹਿਨੀ ਆ, ਤੇ ਆਪਣੇ ਆਪ ਨੂੰ ਪ੍ਰਭੂ ਯਿਸੂ ਮਸੀਹ ਦੇ ਰੂਪ ਵਿੱਚ ਉਹਨਾਂ ਬਟਾ ਲਿਆ, ਬਣਾਇਆ ਹੋਇਆ ਆਪਣੇ ਆਪ ਨੂੰ ਕਿ ਅਸੀਂ ਪ੍ਰਭੂ ਦਾ ਰੂਪ ਹੀ ਆ, ਅਸੀਂ ਪ੍ਰਭੂ ਯਿਸੂ ਮਸੀਹ ਆ। ਜਿਸ ਕਰਕੇ ਖੁਦਾ ਦੇ ਦਾਸ ਨੇ ਆਪਣੀ ਵੱਡੀ ਕਿਤਾਬ ਵਿੱਚ ਲਿਖਿਆ ਆ
कि तुहाडा जिहड़ा चानण आ भी गौर करियो, भी ख्याल करियो, तुहाडा जिहड़ा चानण आ किते हनेरा ते नहीं है ना। असीं खुद अपने आप को जज करना, मैं अगे भी एक बारी गौर दस्सिया सीगा कि असीं खुद अपने आप को जज कर सकते हैं। असीं अपने आप दे जज असीं की हाँ, खुद ही हाँ। असीं अपना फैसला करने वाले सब तो पहला कौन आ? असीं खुद ही हाँ। जज ने तो साडा फैसला बाद च सुनाउणा, पर सानू अपने फैसले का नहीं, सानू अपने फैसले का की पता पता आया, सानू पता आ भी किन्नियां दिहाड़ियां लगियां ते किन्नी तनख्वाह आनी आ, किन्नी तनख्वाह आई आ ते तनख्वाह का दसवंध किन्ना सानू पता आ। पर फिर भी इसे खुदा दस लगे भी तुहाडा चानण जिहड़ा जिहनूं तुसीं चानण कहने आ भी तुहाडा चानण किते हनेरा ते नहीं। यह चर्च की गल नहीं हैगी भी जिहड़ा शैतान आ वो भी अपने आप चानण का रूप बटा लैंदा आ। और प्रभु यीशु मसीह ने भी कहा है कि बहुत सारे भज्जे फिरनगे, इधर उधर भज्जणगे, वेखो उत्थे मसीह आ गया, वेखो उत्थे बोलिए, बहुत सारे कहणगे कि वेखो उत्थे मसीह आ, उत्थे मसीह आ, ते उन्होंने कहना इत्थे निगा इधर मसीह आ, इन्होंने कहना ये थोड़ी मसीह आ, वो मसीह आ। फिर किन्ने मसीह हो गए? ਇਹਦਾ मतलब दूजा मसीह जिहड़ा आ वो अपने बड़े ही रूप बटा सकता है, पर यीशु मसीह नूं रूप बटाउण दी लोड़ नहीं है। बोलो हालेलुया। परमेश्वर का इकलौता पुत्र प्रभु यीशु मसीह, इक्को ही पुत्र है परमेश्वर का, वो है प्रभु यीशु मसीह। उन्होंने कोई भी रूप बटाउण दी लोड़ नहीं आ। ਇਹਦਾ मतलब जिहड़ा रूप बटाउंदा है वो फिर की है? वो तो झूठा ही है, वो तो बहरूपिया ही है ना। कई बार असीं वेखदे हां कि अगर असीं किसी वर्गा बनना होवे ना तो असीं उदां दी अपनी शक्ल बना लेने। अजकल डिजिटल जमाना है, तुसीं वेखिया होवेगा बहुत साल पहला जदों प्रभु विच मैं नहीं सीगा तो मैं पिक्चरां वेखदा हुंदा सीगा, उदों किसी पिक्चर में डबल रोल हुंदा सीगा, वो डबल रोल बना दिंदे ना किसी ना किसी तरह। सो इस तरह के नाल जिहड़ा शैतान है वो अपने बहुत सारे रूप बटा लैंदा आ। उहने मेरा रूप भी बटा लेना, तुहाडा भी रूप बटा सकदा। जे प्रभु यीशु मसीह दा रूप लिया सकदा आ ते बाकियां दा रूप लेना तो उहदे वास्ते कोई वड्डी गल है नहीं। इसे करके फिर दोबारा उस अगली आयत नूं पढ़िआ, आश्चर्य दी गल जिहड़ी लिखिआ, आश्चर्य दी गल नहीं, आश्चर्य दी गल नहीं, कोई हैरान होने वाली गल नहीं आ, क्योंकि शैतान भी अपने रूप नूं चानण दे दूत दे रूप विच बटाउंदा है। हाँ जी, चानण दे दूत के रूप विच बटा लैंदा आ। वो भी दूतां दा रूप भी धार लैंदा, दूत भी बन जांदा है ना। प्रभु यीशु मसीह दा रूप भी उन्हें ले लेना आ, और दूतां दा रूप भी ले लेना आ, उन्हें रसूलां दा रूप भी ले लेना आ, उन्होंने आत्मा भी पवित्र आत्मा शो कर देनी है कि पवित्र आत्मा ही है। सो इस करके असीं आत्मायां नूं भी परखना आ, और असीं रसूलां नूं भी परखना आ, और असीं दूतां नूं भी परखना आ। और परमेश्वर ने भी दूतां नूं परखदा सीगा, परमेश्वर दूतां दी प्रीख्या लैंदा सीगा, और असीं भी की करना है रसूलां नूं परखना आ। और असीं भी खिदमतगारां नूं उन्हां दीयां गल्लां तो, उन्हां दे कलाम तो, उन्हां दे पैगाम तो, उन्हां दी बोलचाल तो, उन्हां दे रहन सहन तो, उन्हां दे पहरावे तो असीं की करना उन्हां नूं परखना आ। सो किन्नियां गल्लां दे नाल असीं जिहड़ा आ उन्हां नूं परख सकदे आ। और मैं कई बार दस्सिया आ कि असीं खुदा दे बुलाए होए लोग आ, सद्दे होए लोग आ, चुने होए लोग आ। सद्दिया होने तो उपरली गल की आ, असीं चुने हुए लोग हैं। तो इस करके सानू भावुक होने की जां इमोशनल हो जाना किसी दे नाल, भावुक हो के अगले नूं मन लेना, उन्हां दी सिੱਖਿਆ नूं मन लेना, उन्हां दे आत्मा नूं मन लेना, जां उन्हां दी प्रतीत करनी, ये लोड़ नहीं आ। असीं बड़े ही अच्छे तरीके नाल कलाम दे अनुसार सानू सिੱਖਣ ਦੀ की आ जरूरत आ। चलो हालेलुया। ऐत पूरी होगी, कर दो। हाँ जी, इसलिए जो ਉਹਦੇ ਸੇਵਕ ਆਪਣੇ ਰੂਪ ਨੂੰ ਧਰਮ ਦੇ ਸੇਵਕਾਂ ਦੇ ਰੂਪ ਵਿੱਚ ਬਤਾਉਂਦੇ ਹਨ ਤਾਂ ਕੋਈ ਵੱਡੀ ਗੱਲ ਨਹੀਂ, ਪਰ ਉਹਨਾਂ ਦਾ ਅੰਤ ਉਹਨਾਂ ਦੀਆਂ ਕਰਨੀਆਂ ਦੇ ਅਨੁਸਾਰ ਹੋਵੇ। ਹਾਂ, ਪਰ ਉਹਨਾਂ ਦਾ ਅੰਤ ਉਹਨਾਂ ਦੀਆਂ ਕਰਨੀਆਂ ਦੇ ਅਨੁਸਾਰ। ਕਈ ਵਾਰ ਅਸੀਂ ਬਹੁਤ ਇਮੋਸ਼ਨਲ ਹੋ ਜਾਂਦੇ ਹਾਂ, ਫੇਸਬੁੱਕ ਤੇ ਕਿਸੇ ਨੇ ਗਲਤ ਕੁਛ ਪਾ ਦਿੱਤਾ, ਪੋਸਟ ਪਾ ਦਿੱਤੀ ਨਾ, ਤੇ ਅਸੀਂ ਭਾਵੁਕ ਹੋ ਜਾਂਦੇ, ਫਿਰ ਫੇਸਬੁੱਕ ਤੇ ਸਿੱਧੇ ਹੋ ਰਹੇ ਇੱਕ ਦੂਜੇ ਨੂੰ, ਹੈ ਨਾ। ਸੋ ਇਸ ਕਰਕੇ ਸਾਨੂੰ ਜਿਹੜਾ ਆ ਇਹਨਾਂ ਚੀਜ਼ਾਂ ਤੋਂ ਅਸੀਂ ਬਚਣਾ ਵੀ ਆ, ਔਰ ਇਹ ਛੱਡ ਦੇਣਾ ਚਾਹੀਦਾ कि प्रभु आपे उन्होंने अदर या उन्होंने सज़ा देगा, और उन्होंने कामों के अनुसार उन्होंने न्याय किया जाएगा। पर असी कनात बनना आ, और असी ऐसी सिक्ख्या तो की होना आ, बचना आ। आओ असी जल्दी ना प्रकाश की पोथी के एक हिस्सा पढ़ांगे। 22 बाब वो पहली और दूसरी है। असी पवित्र आत्मा के हिस्से को अज समाप्त करना चाहते हैं, और साढ़े को 5 मिनट पे है, 5 मिनट के इस हिस्से में मुकम्मल करांगे।
ਉਸਨੇ ਅੰਮ੍ਰਿਤ ਜਲ ਦੀ ਇੱਕ ਨਦੀ ਬਲੌਰ ਵਾਂਗੂ ਉਸਦਾ ਪਰਮੇਸ਼ਵਰ ਅਤੇ ਲੇਲੇ ਦੇ ਸਿੰਘਾਸਨ ਵਿੱਚੋਂ ਨਿਕਲਦੀ ਉਸ ਨਗਰੀ ਦੇ ਚੌਂਕ ਦੇ ਵਿਚਕਾਰ ਮੈਨੂੰ ਵਿਖਾਈ। ਹਾਂਜੀ। ਉਸ ਨਦੀ ਦੇ ਉਰਾਰ ਪਾਰ ਜੀਵਨ ਦਾ ਬਰਸ਼ ਹੈ। ਉਹਨੂੰ 12 ਪ੍ਰਕਾਰ ਦੇ ਫਲ ਲੱਗਦੇ ਹਨ ਅਤੇ ਉਹ ਆਪਣਾ ਫਲ ਮਹੀਨਾ ਦਿੰਦਾ ਹੈ ਅਤੇ ਉਹ ਬਿਰਛ ਦੇ ਪੱਤੇ ਕੌਮਾਂ ਦੇ ਇਲਾਜ ਦੇ ਲਈ ਹਨ। ਹਾਲੇਲੂਇਆ। ਇਹ ਨਦੀ ਜਿਹੜੀ ਨਿਕਲਦੀ ਆ ਇਹ ਲੇਲੇ ਦੇ ਔਰ ਪਿਤਾ ਦੇ ਸਿੰਘਾਸਨ ਦੇ ਵਿੱਚੋਂ ਨਿਕਲਦੀ ਨਦੀ ਆ। ਇਹ ਪਵਿੱਤਰ ਆਤਮਾ ਦੀ ਨਦੀ ਆ ਔਰ ਪਵਿੱਤਰ ਆਤਮਾ ਪਿਤਾ ਅਤੇ ਪੁੱਤਰ ਦੇ ਵਿੱਚੋਂ ਨਿਕਲਦਾ ਆ, ਹੋਲੀ ਸਪਿਰਿਟ। ਔਰ ਇਹ ਲਿਖਿਆ ਆ ਇਹ ਬਲੌਰ ਵਾਂਗ ਜੋ ਨਦੀ ਬਰਫੀਲੇ ਪਹਾੜ ਵਿੱਚੋਂ ਆਉਂਦੀ ਆ ਉਹ ਸਾਫ਼ ਹੁੰਦੀ ਆ ਅਤੇ ਉਹ ਕਿਨਾਰਿਆਂ ਨੂੰ ਤੋੜਦੀ ਨਹੀਂ। ਜਿਹੜੀ ਸਾਫ਼ ਨਦੀ ਆ ਨਾ ਉਹ ਕਿਨਾਰਿਆਂ ਨੂੰ ਤੋੜਦੀ ਨਹੀਂ। ਪਰ ਜਿਸ ਨਦੀ ਦੇ ਵਿੱਚ ਹੁਣ ਅਸੀਂ ਵੇਖਦੇ ਹੜ੍ਹ ਬਹੁਤ ਆਇਆ ਕਲਬੇ ਦੇ ਵਿੱਚ ਫਜੀਰੇ 'ਚ ਨਾ, ਤੁਸੀਂ ਵੇਖੇ ਹੋਣੇ ਤਸਵੀਰਾਂ ਹੈ ਨਾ, ਉਹਦੇ ਨਾਲ ਕਿੰਨਾ ਗੰਦ ਵਗੈਰਾ ਵੀ ਆ ਗਿਆ, ਪੋਲੀਥੀਨ ਆਉਂਦੇ ਆ, ਪਤਾ ਨਹੀਂ ਕੀ ਉਹਨਾਂ ਰੁੜਿਆ ਆਉਂਦਾ ਆ ਹੈ ਨਾ, ਬਹੁਤ ਸਾਰਾ। ਸੋ ਇਹ ਇਸ ਤਰ੍ਹਾਂ ਦਾ ਜਿਹੜਾ ਹੜ੍ਹ ਆਉਂਦਾ ਨਾ ਉਹਦੇ ਨਾਲ ਬਹੁਤ ਸਾਰੀ ਗੰਦਗੀ ਵੀ ਆਉਂਦੀ ਆ। ਪਰ ਜਿਹੜੀ ਨਦੀ ਪਵਿੱਤਰ ਆਤਮਾ ਦੀ ਨਦੀ ਆ, ਜਿਹੜੀ ਬਲੌਰ ਵਾਂਗੂ ਕ੍ਰਿਸਟਲ ਦੀ ਤਰ੍ਹਾਂ ਨਾ ਇੱਕਦਮ ਪਿਓਰ ਸਾਫ਼ ਸੁਥਰੀ ਨਦੀ, ਉਹ ਪਵਿੱਤਰ ਆਤਮਾ ਦੀ ਨਦੀ ਆ। ਤੇ ਜਦੋਂ ਉਹ ਸਾਡੇ ਅੰਦਰ ਆਵੇਗੀ ਨਾ ਤੇ ਫਿਰ ਉਹ ਕਿਨਾਰਿਆਂ ਨੂੰ ਵੀ ਨਹੀਂ ਤੋੜੇਗੀ ਤੇ ਉਹਦੇ ਅੰਦਰ ਫਿਰ ਪਵਿੱਤਰਤਾ ਹੀ ਹੋਵੇਗੀ। ਆਪ ਪਵਿੱਤਰ ਚੀਜ਼ਾਂ ਉਹਦੇ ਅੰਦਰ ਨਹੀਂ ਹੋਣਗੀਆਂ। ਸੋ ਉਹਦੇ ਨਾਲ ਗਾਰਾ ਮਿੱਟੀ ਝਾੜੀਆਂ ਵੀ ਨਹੀਂ ਹੋਣਗੀਆਂ, ਜਿਹੜੀ ਪਵਿੱਤਰ ਆਤਮਾ ਉਸ ਸਿੰਘਾਸਨ ਦੇ ਵਿੱਚੋਂ ਨਿਕਲਦੀ ਆ। ਸੋ ਇਹ ਸ਼ੈਤਾਨੀ ਆਤਮਾ ਦੀ ਵੀ ਇੱਕ ਨਦੀ ਆ, ਸ਼ੈਤਾਨੀ ਆਤਮਾ ਦੀ ਨਦੀ, ਜਿਹਦੇ ਵਿੱਚ ਅਸੀਂ ਵੇਖਦੇ ਹਾਂ ਕਿ ਬਹੁਤ ਸਾਰਾ ਕੂੜਾ ਕਰਕਟ ਉਹਦੇ ਨਾਲ ਹੀ ਹੁੰਦਾ ਹੈ। ਸੰਤ ਪੌਲੁਸ ਨੇ ਵੀ ਕੁਝ ਚੀਜ਼ਾਂ ਨੂੰ ਕਹਿੰਦਾ ਮੈਂ ਕੂੜਾ ਸਮਝਦਾ ਹੈ ਨਾ, ਤੇ ਬਹੁਤ ਸਾਰਾ ਕਈ ਕੂੜੇ ਨੂੰ ਬਹੁਤ ਪਿਆਰ ਕਰਦੇ ਆ, ਕੂੜੇ ਨੂੰ ਸਾਂਭੀ ਰੱਖਦੇ ਆ ਹੈ ਨਾ। ਔਰ ਜਿਸ ਤਰ੍ਹਾਂ ਅਸੀਂ ਵੇਖਦੇ ਹਾਂ ਸ਼ੈਤਾਨੀ ਆਤਮੇ ਜਿਹੜੇ ਹੈ ਨਾ ਉਹਨਾਂ ਦੇ ਵਿੱਚ ਕੂੜਾ ਕਰਕਟ ਬਹੁਤ ਆ, ਗੰਦਗੀ ਬਹੁਤ ਆ ਹੈ ਨਾ। ਕਈ ਵਾਰ ਅਸੀਂ ਵੇਖਦੇ ਹਾਂ ਝੂਠ ਦੀ ਗੰਦਗੀ ਆ, ਗਾਲਾਂ ਦੀ ਗੰਦਗੀ ਆ, ਇਸ ਤਰ੍ਹਾਂ ਦੀ ਫਰੇਬ ਦੀ ਗੰਦਗੀ ਆ, ਬੁਰਿਆਈ ਦੀ ਗੰਦਗੀ ਆ। ਉਸ ਆਤਮਾ ਦੇ ਨਾਲ ਬਹੁਤ ਸਾਰੀਆਂ ਜਿਹੜੇ ਗੰਦਗੀ ਦੀਆਂ ਚੀਜ਼ਾਂ ਜਿਹੜੀਆਂ ਉਹ ਇਕੱਠੀਆਂ ਹੋਈਆਂ ਹੁੰਦੀਆਂ। ਉਹ ਫਿਰ ਆਤਮਾ ਕਿਹਦਾ ਆਤਮਾ ਆ? ਹਾਂਜੀ, ਝੂਠ ਦਾ ਆਤਮਾ, ਸ਼ੈਤਾਨੀ ਆਤਮਾ ਆ। ਸੋ ਜਿਸ ਵਿੱਚ ਸੱਚ ਨਜ਼ਰ ਨਹੀਂ ਆਉਂਦਾ। ਸੋ ਸ਼ੈਤਾਨੀ ਨਦੀ ਜਿਹੜੀ ਆ ਉਹ ਨਾਸ਼ ਕਰਦੀ ਜਾਂਦੀ ਆ, ਪਰ ਈਸ਼ਵਰੀ ਨਦੀ ਜਿਹੜੀ ਆ ਨਾ ਉਹ ਸਾਨੂੰ ਜੀਵਨ ਦਿੰਦੀ ਆ। ਦੋ ਨਦੀਆਂ ਆ, ਇੱਕ ਤਾਂ ਲੇਲੇ ਔਰ ਪਿਤਾ ਦੇ ਸਿੰਘਾਸਨ ਵਿੱਚੋਂ ਨਿਕਲਦੀ ਆ, ਔਰ ਇੱਕ ਜਿਹੜੀ ਆ ਸ਼ੈਤਾਨੀ ਸ਼ਕਤੀਆਂ ਦੇ ਵਿੱਚੋਂ ਇੱਕ ਨਦੀ ਨਿਕਲਦੀ ਆ। ਸੋ ਇੱਕ ਪਵਿੱਤਰ ਆਤਮਾ ਤੇ ਇੱਕ ਦੁਸ਼ਟ ਆਤਮਾ ਵਿੱਚੋਂ ਗੰਦਾ ਆਤਮਾ ਜਿਹੜਾ ਉਹ ਨਿਕਲਦਾ। ਸੋ ਜਿਵੇਂ ਜ਼ਬੂਰ ਦੇ ਵਿੱਚ ਲਿਖਿਆ 23 ਜ਼ਬੂਰ 2 ਵਿੱਚ ਲਿਖਿਆ, ਉਹ ਸਾਨੂੰ ਸੁਖਦਾਇਕ ਪਾਣੀਆਂ ਦੇ ਕੋਲ ਲੈ ਕੇ ਜਾਂਦਾ ਆ। ਸੁਖਦਾਇਕ ਪਾਣੀ ਜਿਹੜੇ ਪਵਿੱਤਰ ਆਤਮਾ ਦੇ ਵੱਲੋਂ ਸਾਨੂੰ ਜਿਹੜਾ ਉਹ ਬਹਾਵ ਮਿਲਦਾ ਆ। ਸੋ ਅਸੀਂ ਵੇਖਦੇ ਆਤਮਾ ਦੀਆਂ ਕਿਸਮਾਂ ਬਹੁਤ ਆ, ਤੁਸੀਂ ਵੇਖਿਆ ਹੋਵੇਗਾ। ਹੁਣ ਮੈਂ ਤੁਹਾਨੂੰ ਦੱਸੂਗਾ ਫਿਰ ਤੁਹਾਨੂੰ ਪਤਾ ਲੱਗ ਜਾਣਾ। ਉਸ ਤੋਂ ਬਾਅਦ ਅਸੀਂ ਆਪਣਾ ਹਿੱਸਾ ਜਿਹੜਾ ਆ ਇੱਥੇ ਸਟਾਪ ਕਰਾਂਗੇ। ਆਤਮਾ ਵਾਲਾ ਹਿੱਸਾ ਜਿਹੜਾ ਆ ਦੂਸਰਾ ਆਤਮਾ ਸਾਨੂੰ ਇੱਥੇ ਸਿੱਖਦਿਆਂ ਹੋਏ ਅਸੀਂ ਬੰਦ ਕਰਾਂਗੇ ਉਹਨੂੰ। ਹੁਣ ਦੂਸਰੇ ਆਤਮਾ ਤੁਹਾਨੂੰ ਮੈਂ ਕੁਝ ਕੁਆਲਿਟੀਆਂ ਦੱਸਣ ਲੱਗਾ ਹੈ ਨਾ। ਬਹੁਤ ਸਾਰੇ ਆਤਮੇ ਤੁਸੀਂ ਵੇਖੇ ਆ, ਔਰ ਪਵਿੱਤਰ ਆਤਮਾ ਤੁਸੀਂ ਵੇਖਿਆ, ਔਰ ਜਿਹੜਾ ਦੁਸ਼ਟ ਆਤਮਾ ਜਾਂ ਸ਼ੈਤਾਨੀ ਆਤਮਾ ਉਹਦੇ ਵਿੱਚ ਕੀ ਹੁੰਦਾ ਆ? ਉਹ ਪਹਿਲੀ ਗੱਲ ਮਸ਼ਹੂਰ ਜਿਹੜੀ ਆ ਉਹ ਸੁੱਟਦਾ ਆ। ਆਪਾਂ ਪਿਛਲੇ ਹਫ਼ਤੇ ਸਿੱਖਿਆ ਸੀ ਨਾ ਕਿ ਮੈਂ ਪ੍ਰਭੂ ਇੱਥੋਂ ਕੋੜ ਇੱਦਾਂ ਕਰਾਂ ਤਾਂ ਸਾਰੇ ਡਿੱਗਣਗੇ। ਮਤਲਬ ਕੀ ਹੈ ਡਿੱਗਣ ਦਾ? ਜੇ ਸ਼ਿਫਾ ਦੇਣੀ ਆ ਤੇ ਪ੍ਰਭੂ ਨਹੀਂ ਛੂ ਸਕਦਾ, ਮੇਰੇ ਛੂਹਣ ਦੇ ਨਾਲ ਨਹੀਂ, ਮੇਰੇ ਕੋੜ ਇੱਦਾਂ ਕਰਨ ਦੇ ਨਾਲ ਨਹੀਂ। ਕਹਿਣਾ ਪ੍ਰਭੂ ਤੂੰ ਛੂ ਲਾ। ਪ੍ਰਭੂ ਛੂਹੇਗਾ ਭਾਈ ਸਾਹਿਬ ਤੇ ਪਿੱਛੇ ਬੈਠੇ ਸਾਡੇ, ਤੇ ਪ੍ਰਭੂ ਨੇ ਉਹਨਾਂ ਨੂੰ ਵੀ ਛੂਹ ਲੈਣਾ, ਇੱਧਰ ਬੈਠੇ ਉਹਨਾਂ ਨੂੰ ਵੀ ਛੂਹ ਲੈਣਾ। ਇਹਦੇ ਵਾਸਤੇ ਕੋਈ ਵੀ ਝਟਕਾ ਮਾਰਨ ਦੀ ਜਾਂ ਸੁੱਟਣ ਦੀ ਕੋਈ ਲੋੜ ਨਹੀਂ। ਨੰਬਰ 1 ਕੀ ਆ? ਸੁੱਟਣ ਵਾਲਾ ਆਤਮਾ ਉਹਨਾਂ ਦੇ ਕੋਲ ਆ। ਤੁਸੀਂ ਵੇਖਿਆ ਹੋਵੇਗਾ ਅਗਰ ਪਹਿਲਿਆਂ ਸਮਿਆਂ ਦੇ ਵਿੱਚ ਇੱਦਾਂ ਜਿਹੜਾ ਸੁੱਟਣ ਵਾਲਾ ਕੰਮ ਸੀਗਾ ਉਹ ਬਹੁਤ ਘੱਟ ਸੀਗਾ, ਹੈ ਹੀ ਨਹੀਂ ਸੀਗਾ। ਇੱਕ ਦੋ ਜਿਹੜੇ ਸੇਵਕ ਆਏ ਔਰ ਉਹਨਾਂ ਨੇ ਜਿਹੜਾ ਇਹ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਹ ਤੋਂ ਪਹਿਲਾਂ ਨਹੀਂ ਸੀਗਾ ਕਿ ਉਹ ਤੋਂ ਪਹਿਲਾਂ ਪ੍ਰਭੂ ਕਾਰਜ ਨਹੀਂ ਸੀ ਕਰਦਾ, ਉਹ ਤੋਂ ਪਹਿਲਾਂ ਪ੍ਰਭੂ ਕੰਮ ਨਹੀਂ ਸੀ ਕਰਦਾ, ਆਪਣੇ ਪ੍ਰਭੂ ਦੇ ਨਾਮ ਵਿੱਚ ਕੰਮ ਨਹੀਂ ਸੀ ਹੁੰਦੇ ਸੀ। ਸੋ ਇੱਕ ਆਤਮਾ ਤੁਸੀਂ ਵੇਖਿਆ ਇੱਕ ਹਸਾਉਣ ਵਾਲਾ ਆਤਮਾ ਹੈ। ਜਦੋਂ ਪ੍ਰਾਰਥਨਾ ਕਰਦੇ ਆ ਕਈ ਵਾਰ ਮੈਂ ਵੇਖਿਆ ਆ ਉਹ ਸਾਰੀ ਰਾਤ ਆਤਮਾ ਦੇ ਵਿੱਚ ਕਹਿੰਦੇ ਸੀ ਆਤਮਾ ਪਵਿੱਤਰ ਆਤਮਾ ਦੀ ਬੰਦਗੀ ਕਰਨੀ ਆ, ਠੀਕ ਆ। ਉਹਦੇ ਵਿੱਚ ਉਹਨਾਂ ਨੂੰ ਆਤਮਾ ਮਿਲਦਾ ਹੱਸਣ ਵਾਲਾ, ਫਿਰ ਸਾਰੇ ਹੱਸੀ ਜਾਂਦੇ ਆ, ਹੱਸ ਦੂਰੇ ਹੋ ਜਾਂਦੇ ਆ ਤੇ ਬੱਖੀਆਂ ਦਿਖਾਉਣ ਲੱਗ ਪੈਂਦੀਆਂ ਉਹਨਾਂ ਦੀਆਂ ਨਾ। ਇਹ ਹਸਾਉਣ ਵਾਲਾ ਆਤਮਾ ਜਿਹੜਾ ਆ ਇਹ ਪਰਮੇਸ਼ਵਰ ਦਾ ਆਤਮਾ ਜਿਹੜਾ ਆ ਉਹ ਨਹੀਂ ਹੋ ਸਕਦਾ। ਪਰਮੇਸ਼ਵਰ ਨੇ ਹਸਾ ਕਮਲੇ ਕਾਹਤੋਂ ਕਰਨੇ? ਕਲਾਮ 'ਚ ਲਿਖਿਆ ਜਿਹੜੇ ਹੰਝੂਆਂ ਨਾਲ ਬੀਜਦੇ ਆ ਉਹ ਜਕਾਰਿਆਂ ਨਾਲ ਵੱਢਣਗੇ। ਜੇ ਪ੍ਰਾਰਥਨਾ ਕਰਨੀ ਆ ਤੇ ਆਂਸੂ ਬਹਾਓ ਆਪਣੇ ਗੁਆਂਢੀ ਦੇ ਵਾਸਤੇ, ਆਪਣੇ ਭਾਈ ਦੇ ਵਾਸਤੇ ਆਂਸੂ ਬਹਾਓ। ਫਿਰ ਜਦੋਂ ਉਹ ਫਲ ਜਿਹੜਾ ਸਾਨੂੰ ਮਿਲਣਾ, ਜਦੋਂ ਅਗਰ ਸਾਡੀਆਂ ਪ੍ਰਾਰਥਨਾਵਾਂ ਨਾਲ ਉਹ ਬਦਲ ਗਿਆ, ਉਹਨੇ ਤੌਬਾ ਕਰ ਲਈ, ਬਪਤਿਸਮਾ ਲੈ ਲਿਆ, ਤੇ ਉਹ ਜਿਹੜਾ ਫਲ ਆ ਨਾ ਉਹ ਸਾਡੇ ਵਾਸਤੇ ਜਕਾਰੇ ਬਣਨਾ ਹੈ।
ਧਰਤੀ ਦੇ ਜਕਾਰੇ ਲਾਉਣ ਦੀ ਲੋੜ ਨਹੀਂ, ਬਲਕਿ ਜਕਾਰੇ ਲਾਉਂਦਿਆਂ ਹੋਇਆ ਜਿਵੇਂ ਇਸਰਾਇਲੀ ਉਸ ਸ਼ਹਿਰ ਵਿੱਚ ਵੜ ਗਏ ਕਿ ਅਸੀਂ ਵੀ ਜਕਾਰੇ ਲਾਉਂਦਿਆਂ ਹੋਏ ਉਸ ਸ਼ਹਿਰ ਵਿੱਚ ਚਲੇ ਜਾਣਾ। ਸੋ ਸੁੱਟਣ ਵਾਲਾ ਆਤਮਾ, ਹਸਾਉਣ ਵਾਲਾ ਆਤਮਾ, ਇੱਕ ਹੋਰ ਆਤਮਾ ਜਿਹੜਾ ਆ ਉਹ ਬੜਾ ਹੀ ਭੈੜਾ ਲੱਗਦਾ। ਕਈ ਉਲਟੀਆਂ ਕਰਾਉਂਦੇ, ਫਿਰ ਕਹਿਣਗੇ ਕੈਮਰਾ ਮਾਰੋ ਇੱਥੇ, ਹੈ ਨਾ, ਜੇ ਉਲਟੀਆਂ ਕਰਦੇ ਨਾ ਕਹਿੰਦੇ ਵੀ ਕੈਮਰਾ ਮਾਰੋ ਇਹਦੇ ਉੱਤੇ, ਜਿਹੜੀ ਉਲਟੀ ਕੀਤੀ ਉਹ ਤੇ ਕੈਮਰਾ ਮਾਰੋ। ਫਿਰ ਇੰਨੇ ਲੋਕੀ ਜਿਹੜੇ ਆ ਉਹ ਉਲਟੀ ਕਰਨ ਵਾਲੇ ਆਤਮੇ ਨੂੰ ਉਸ ਜਗ੍ਹਾ 'ਤੇ ਦੇਖਦੇ ਆ ਵੀ ਦੇਖੋ ਬੜਾ ਵੀ ਆ ਤਾਂ ਕੰਮ ਹੋ ਗਿਆ, ਹੈ ਨਾ, ਉਹਨਾਂ ਨੇ ਕਿਹਾ ਤੇ ਉਲਟੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਸੋ ਇਹਦੇ ਵਿੱਚ ਵੀ ਮੇਰੇ ਹਿਸਾਬ ਦੇ ਨਾਲ ਤੁਸੀਂ ਜ਼ਿਆਦਾ ਸਮਝਦਾਰ ਆ, ਹੈ ਨਾ, ਇਹ ਕਿਹੜਾ ਆਤਮਾ ਆ। ਇਸ ਤਰ੍ਹਾਂ ਦੇ ਬਹੁਤ ਸਾਰੇ ਆਤਮੇ ਆ। ਔਰ ਬਿਮਾਰਾਂ ਦੇ ਨਾਂ ਦੱਸਣ ਵਾਲਾ ਆਤਮਾ, ਬਿਮਾਰਾਂ ਦੇ ਨਾਂ ਦੱਸਣ ਵਾਲਾ ਆਤਮਾ। ਸੋ ਨਬੀਆਂ ਦਾ ਕੀ ਕੰਮ ਹੁੰਦਾ ਸੀਗਾ? ਨਬੀ ਜਦੋਂ ਅਸੀਂ ਪੁਰਾਣੇ ਨਿਯਮ ਵਿੱਚ ਪੜ੍ਹਦੇ ਹਾਂ, ਕਿਤੇੋਂ ਹਿੱਸਾ ਤੁਸੀਂ ਚੁੱਕ ਕੇ ਵੇਖ ਲਵੋ, ਕਿਸੇ ਵੀ ਨਬੀ ਨੂੰ ਤੁਸੀਂ ਪੜ੍ਹ ਕੇ ਵੇਖ ਲਵੋ, ਉਸ ਨਬੀ ਨੇ ਕਲੀਸਿਆ ਨੂੰ ਜਾਂ ਲੋਕਾਂ ਨੂੰ ਚੇਤਾਵਨੀ ਦਿੱਤੀ ਆ ਭਈ ਟਲ ਜਾਓ, ਹਟ ਜਾਓ, ਇਹਨਾਂ ਕੰਮਾਂ ਤੋਂ ਹਟ ਜਾਓ। ਇਹਦਾ ਮਤਲਬ ਨਬੀਆਂ ਦਾ ਕੀ ਕੰਮ ਆ? ਨਬੂਵਤ ਕਰਨੀ, ਚੇਤਾਵਨੀ ਦੇਣੀ ਭਈ ਦੇਖੋ ਭਿਆਨਕ ਦਿਨ ਆ ਰਹੀ ਹੋ, ਤੌਬਾ ਕਰ ਲਵੋ। ਦੇਖੋ ਭਾਈ ਬੁਰੇ ਹਾਲਾਤ ਆ ਰਹੇ ਆ, ਤੁਸੀਂ ਤੌਬਾ ਕਰ ਲਵੋ। ਔਰ ਜਦੋਂ ਹਿਜ਼ਕੀਯਾਹ ਦੇ ਕੋਲ ਖੁਦਾ ਦਾ ਦਾਸ ਗਿਆ ਆ ਤੇ ਨਬੀ ਗਿਆ ਆ, ਉਹ ਦੱਸਣ ਵਾਸਤੇ ਗਿਆ ਭਾਈ ਤੇਰਾ ਜਿਹੜਾ ਸਮੇਂ ਪੂਰਾ ਹੋ ਚੁੱਕਾ ਆ। ਪਰ ਹਿਜ਼ਕੀਯਾਹ ਨੇ ਕੀ ਕੀਤਾ? ਸੁਣ ਲਿਆ ਵੀ ਵਾਕਿਆ ਖੁਦਾ ਦਾ ਦਾਸ ਮੈਨੂੰ ਕੋਈ ਦੱਸਣਾ ਹੈ ਤੇ ਇਹਦਾ ਮਤਲਬ ਹੈਗਾ। ਉਸੇ ਵੇਲੇ ਉਹ ਬਹਿ ਗਿਆ, ਉਹਨੇ ਪ੍ਰਾਰਥਨਾ ਕੀਤੀ ਤੇ ਪਰਮੇਸ਼ਵਰ ਨੇ ਉਹਦੀ ਪ੍ਰਾਰਥਨਾ ਸੁਣ ਲਿਆ, ਉਹਦੇ ਕੰਮਾਂ ਨੂੰ ਵੇਖਿਆ ਤੇ ਪਰਮੇਸ਼ਵਰ ਨੇ ਕਿਹਾ ਚੱਲ ਕੋਈ ਨਹੀਂ, ਤੂੰ ਮੰਨ ਗਿਆ ਨਾ ਇਸ ਗੱਲ ਨੂੰ, ਤੇ ਚੱਲ ਮੈਂ ਤੇਰੇ 15 ਸਾਲ ਹੋਰ ਵਧਾ ਦੇਣਾ। ਚੇਤਾਵਨੀ ਦੇ ਦਿੱਤੀ। ਅੱਜ ਚੇਤਾਵਨੀਆਂ ਕੀ ਆ? ਵੇਖੋ ਤੁਹਾਡੇ ਪਰਸ ਵਿੱਚ ਪੈਸੇ ਆਉਣ ਵਾਲੇ ਆ, ਤੁਹਾਡਾ ਵੀਜ਼ਾ ਲੱਗਣ ਵਾਲਾ ਆ, ਔਰ ਤੁਹਾਡੇ ਘਰ ਦੇ ਪਿਛਲੇ ਪਾਸੇ ਜਿਹੜੀ ਜ਼ਮੀਨ ਆ ਨਾ ਉਹ ਵੀ ਤੁਹਾਨੂੰ ਮਿਲਣ ਵਾਲੀ ਆ, ਹੈ ਨਾ। ਤੇ ਫਿਰ ਭਾਵੇਂ ਅਸੀਂ ਸਰਪੰਚ ਨਾਲ ਲੜ ਕੇ ਹੀ ਉਸ ਜ਼ਮੀਨ ਉੱਤੇ ਕਬਜ਼ਾ ਕਰੀਏ। ਸੋ ਕਈਆਂ ਨੇ ਤਾਂ ਇਸੇ ਤਰ੍ਹਾਂ ਕੀਤੀ ਹੋਈ ਆ, ਬਹੁਤਿਆਂ ਨੇ ਭਵਿੱਖਬਾਣੀਆਂ ਕੀਤੀਆਂ ਹੋਈਆਂ ਵੀ ਵੇਖੋ ਤੁਹਾਨੂੰ ਚਰਚ ਵਾਸਤੇ ਜਗ੍ਹਾ ਮਿਲਣ ਵਾਲੀ ਆ। ਤੋ ਜਿੰਨੀਆਂ ਜਗ੍ਹਾ ਮੈਂ ਵੇਖਿਆ, ਮੈਂ ਕਾਫੀ ਸਰਚ ਕੀਤੀ ਆ, ਔਰ ਬਹੁਤਿਆਂ ਥਾਵਾਂ ਜਿਹੜੀ ਜ਼ਮੀਨ ਦਾਨ ਹੋਈ ਨਾ ਚਰਚਾਂ ਵਾਸਤੇ, ਉਹਦੇ ਰੌਲੇ ਹੀ ਆ। ਤੇ ਜਿਹੜੀ ਪਰਮੇਸ਼ਵਰ ਜ਼ਮੀਨ ਦੇਊਗਾ ਨਾ ਉਹਦਾ ਕੋਈ ਰੌਲਾ, ਬੋਲੋ ਹਾਲੇਲੂਇਆ। ਤੇ ਪਰਮੇਸ਼ਵਰ ਦੇ ਕੋਲੋਂ ਮੰਗਣਾ ਆ। ਸੋ ਸੁੱਟਣ ਵਾਲਾ ਆਤਮਾ, ਹਸਾਉਣ ਵਾਲਾ ਆਤਮਾ, ਉਲਟੀ ਕਰਾਉਣ ਵਾਲਾ ਆਤਮਾ, ਬਿਮਾਰਾਂ ਦੇ ਨਾਮ ਦੱਸਣ ਵਾਲਾ ਆਤਮਾ, ਪਰਸਾਂ 'ਚ ਪੈਸੇ ਪਾਉਣ ਵਾਲਾ ਆਤਮਾ, ਔਰ ਸਾਰੇ ਮਸੀਹੀ ਧਰਮਾਂ ਨੂੰ ਇਕੱਠੇ ਕਰਨ ਵਾਲਾ ਆਤਮਾ। ਇਹ ਵੀ ਇੱਕ ਆਤਮਾ ਜਿਹੜਾ ਆ, ਇਹਨੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਵੇਖਿਓ, ਅਗਰ ਕਿਸੇ ਨੂੰ ਕੋਈ ਅਸੀਂ ਸਾਡੇ ਵਿੱਚੋਂ ਅਗਰ ਕੋਈ ਉਸ ਸਮੇਂ ਤੱਕ ਰਵੇ ਤਾਂ, ਹੈ ਨਾ, ਤੁਸੀਂ ਵੇਖਿਓ ਕਿ ਬਹੁਤ ਸਾਰੇ ਆਉਣਗੇ ਕਿ ਵੇਖੋ ਭਈ ਸਾਰੇ ਧਰਮਾਂ ਨੂੰ ਇਕੱਠੇ ਕਰਨਾ ਆ, ਔਰ ਮਸੀਹ ਦਾ ਸੰਦੇਸ਼ ਆ ਵੀ ਸਾਰੇ ਇਕੱਠੇ ਹੋ ਜਾਵੋ, ਸਾਡੇ ਵਾਸਤੇ ਸਾਰੇ ਇੱਕੋ ਜਿਹੇ ਆ। ਹੁਣ ਅਸੀਂ ਕਿੱਦਾਂ ਇਸ ਗੱਲ ਨੂੰ ਮੰਨ ਲਵਾਂਗੇ? ਯਹੂਦੀ ਹਾਲੇ ਤੱਕ ਨਹੀਂ ਪ੍ਰਭੂ ਯਿਸੂ ਮਸੀਹ ਦੇ ਹੁਕਮਾਂ ਨੂੰ ਮੰਨਦੇ, ਜਾਂ ਪ੍ਰਭੂ ਯਿਸੂ ਮਸੀਹ ਨੂੰ ਹਾਲੇ ਤੱਕ ਉਹ ਮੰਨਦੇ ਨੇ ਕਿ ਪ੍ਰਭੂ ਯਿਸੂ ਮਸੀਹ ਆ ਗਿਆ। ਜੀ ਉਹੀ ਨਹੀਂ ਮੰਨਦੇ ਤੇ ਅਸੀਂ ਫਿਰ ਬਾਕੀ ਆਪਣੇ ਹਿੰਦੂ ਭਾਈਆਂ ਨੂੰ ਕਿੱਦਾਂ ਮਨਾ ਲਾਂਗੇ? ਅਸੀਂ ਆਪਣੇ ਸਿੱਖ ਭਾਈਆਂ ਨੂੰ ਕਿੱਦਾਂ ਮਨਾ ਲਾਂਗੇ? ਅਸੀਂ ਹੋਰਨਾਂ ਭਾਈਆਂ ਨੂੰ ਕਿੱਦਾਂ ਮਨਾ ਲਾਂਗੇ? ਸੋ ਇਹ ਵੀ ਇੱਕ ਆਤਮਾ ਹੈ ਜਿਹੜਾ ਸਾਰਿਆਂ ਧਰਮਾਂ ਨੂੰ ਇਕੱਠਿਆ ਕਰਨਾ। ਧਰਮ ਇਕੱਠੇ ਨਹੀਂ ਹੋਣੇ, ਧਰਮਾਂ ਦੇ ਵਿੱਚੋਂ ਨਿਕਲ ਕੇ ਆ ਸਕਦੇ ਆ। ਬੋਲੋ ਹਾਲੇਲੂਇਆ। ਧਰਮਾਂ ਵਿੱਚੋਂ ਨਿਕਲ ਕੇ ਆ ਸਕਦੇ ਆ, ਪਰ ਇਕੱਠੇ ਹੋਣ ਵਾਲੀ ਗੱਲ ਜਿਹੜੀ ਆ ਉਹ ਅਸੀਂ ਸਮਝ ਸਕਦੇ ਹਾਂ ਕਿ ਉਹ ਜਿਹੜਾ ਆਤਮਾ ਇਸ ਤਰ੍ਹਾਂ ਦਾ ਕਾਰਜ ਕਰਦਾ, ਇਕੱਠੇ ਕਰਨ ਦਾ ਪ੍ਰਭੂ ਨਿਰਣੇ ਲਏਗਾ ਉਹਨਾਂ ਦਾ। ਸੋ ਸੰਸਾਰ ਨਾਲ ਸਮਝੌਤਾ ਕਰਨ ਵਾਲਾ ਇੱਕ ਆਤਮਾ, ਹੈ ਨਾ। ਪ੍ਰਭੂ ਦੇ ਵਿੱਚ ਵੀ ਰਹਿਣਾ ਆ ਤੇ ਸੰਸਾਰ ਦੇ ਵਿੱਚ ਵੀ ਰਹਿਣਾ। ਪ੍ਰਭੂ ਦੇ ਹੁਕਮਾਂ ਨੂੰ ਮੰਨਣਾ ਆ ਤੇ ਸੰਸਾਰ ਦੇ ਵਿੱਚ ਜਿਹੜੇ ਰੀਤੀ ਰਿਵਾਜਾਂ ਉਹਨਾਂ ਨੂੰ ਅਸੀਂ ਮੰਨਦੇ ਜਾਣਾ ਆ। ਸੋ ਅੱਧੇ ਰੱਬ ਦੇ ਤੇ ਅੱਧੇ ਸੰਸਾਰ ਦੇ। ਤੇ ਪ੍ਰਭੂ ਕੀ ਕਹੇਗਾ? ਫਿਰ ਅੱਧੇ ਤੁਸੀਂ ਜਾਓ ਬਈ, ਅੱਧਾ ਕਿ ਤੁਹਾਨੂੰ 10 ਕੁ ਸਾਲ ਮੈਂ ਰੱਖੂੰਗਾ ਸਵਰਗ ਵਿੱਚ, ਤੇ ਬਾਕੀ ਸਾਲ ਜਿਹੜੇ ਤੁਹਾਡੇ ਉਹ ਫਿਰ ਇੱਦਾਂ ਚੰਗਾ ਨਹੀਂ ਲੱਗਣਾ। ਸੋ ਇਸ ਕਰਕੇ ਅਸੀਂ ਕੀ ਕਰਨਾ ਆ? ਸੰਸਾਰ ਦਾ ਮਿੱਤਰਚਾਰਾ ਲਿਖਿਆ ਕਲਾਮ 'ਚ, ਸੰਸਾਰ ਦਾ ਮਿੱਤਰਚਾਰਾ ਪਰਮੇਸ਼ਵਰ ਨਾਲ ਵੈਰ ਆ। ਸੋ ਅਸੀਂ ਸੰਸਾਰ ਦੇ ਨਾਲ ਬਹੁਤੀ ਮੁਹੱਬਤ ਨਹੀਂ ਕਰਨੀ, ਸੰਸਾਰ ਦੇ ਨਾਲ ਜ਼ਿਆਦਾ ਮਿੱਤਰਚਾਰਾ ਨਹੀਂ ਅਸੀਂ ਕਰਨਾ, ਬਲਕਿ ਅਸੀਂ ਪਰਮੇਸ਼ਵਰ ਦੇ ਨਾਲ ਮਿੱਤਰਚਾਰਾ ਕਰਨਾ ਹੈ। ਸੋ ਖੁਦਾਵੰਦ ਤੁਹਾਨੂੰ ਬੜੀ ਆਸ਼ੀਸ਼ ਔਰ ਬਰਕਤ ਦੇਵੇ। ਸੋ ਆਖਰੀ ਗੱਲ ਆ, ਇਹ ਜਿਹੜੇ ਆਤਮੇ ਆ ਨਾ, ਇਹ ਪਵਿੱਤਰਤਾ ਨੂੰ ਸਾਨੂੰ ਅਸੀਂ ਸਮਝੀਏ ਉਹ ਤੋਂ ਸਾਨੂੰ ਰੋਕਦੇ ਆ। ਪਵਿੱਤਰਤਾ ਨੂੰ ਜਾਣਨ ਤੋਂ ਇਹ ਆਤਮੇ ਸਾਨੂੰ ਕੀ ਕਰਦੇ ਆ? ਰੋਕ ਕੇ ਰੱਖਦੇ ਆ। ਸੋ ਮੈਂ ਇਹਦਾ ਸੋਚਦਾ ਹਾਂ ਕਿ ਜਿਹੜੀਆਂ ਗੱਲਾਂ ਮੈਂ ਤੁਹਾਡੇ ਨਾਲ ਕੀਤੀਆਂ, ਜਿਹੜਾ ਕਲਾਮ ਅਸੀਂ ਅੱਜ ਪੇਸ਼ ਕੀਤਾ ਜਾਂ ਜਿਹੜਾ ਪ੍ਰਚਾਰ ਅਸੀਂ ਰਿਕਾਰਡ ਕੀਤਾ ਆ, ਇਹਦੇ ਕਾਰਨ ਕਿਸੇ ਨੂੰ ਕੋਈ ਠੇਸ ਨਾ ਲੱਗੇ। ਅਗਰ ਕਿਸੇ ਦੇ ਕੋਈ ਸਮਝ ਆਇਆ ਕਿ ਸਾਨੂੰ ਠੇਸ ਲੱਗਦੀ ਆ,